देश दुनिया च वसदे पंजाबियों ਨੂੰ जी आया। मैं हरजिंदर सिंह रंधावा, तुसीं देख रहे हो पंजाब टेलीविजन और मेरे नाल ने सीनियर जर्नलिस्ट अजीत भास्कर जी और इंद्रप्रीत जी। मैं जी आया। बहुत बहुत शुक्रिया रंधावा जी। साਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਮੁੱਖ ਮੰਤਰੀ ਸਾਹਿਬ ਵੀ ਅਕਸਰ ਵਿਵਾਦ ਛੇੜ ਕੇ ਖੁਸ਼ ਰਹਿੰਦੇ ਆ। ਉਹ ਮਾਰੋ ਤੇ ਭੱਜੋ ਦੀ ਨੀਤੀ ਵੀ ਅਪਣਾਉਂਦੇ ਲੱਗਦੇ ਆ। ਜਦੋਂ ਕਿਸੇ ਦਿਨ ਜਨਤਕ ਸਮਾਗਮ 'ਚ ਪ੍ਰਗਟ ਹੁੰਦੇ ਆ, ਕੋਈ ਨਾ ਕੋਈ ਉਹਨਾਂ ਦੇ ਨਿਸ਼ਾਨੇ ਤੇ ਹੁੰਦਾ। ਕੱਲ ਉਹਨਾਂ ਨੇ ਗਵਰਨਰ ਪੰਜਾਬ ਨੂੰ ਫਿਰ ਨਿਸ਼ਾਨੇ ਤੇ ਲਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਸ਼ਾਨੇ ਤੇ ਲਿਆ। ਵੈਸੇ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿੱਥੇ ਜਿੱਥੇ ਭਾਜਪਾ ਵਿਰੋਧੀ ਸਰਕਾਰਾਂ ਨੇ ਉੱਥੇ ਗਵਰਨਰ ਪ੍ਰੋਐਕਟਿਵ ਨੇ। ਸਾਡੇ ਵਾਲੇ ਪਾਸੇ ਮੁੱਖ ਮੰਤਰੀ ਪ੍ਰੋਐਕਟਿਵ ਲੱਗਦੇ ਆ। ਉਹ ਹੌਲੀ ਜਿਹੀ ਗਵਰਨਰ ਨੂੰ ਛੇੜ ਦਿੰਦੇ ਆ, ਫਿਰ ਜਵਾਬ ਦੀ ਉਡੀਕ ਕਰਦਾ ਰਹਿੰਦਾ ਸਾਰਾ ਪੰਜਾਬ। ਇਸ ਤਰ੍ਹਾਂ ਦੀ ਖੇਡ ਦੇ ਵਿੱਚ ਵਿਵਾਦ ਤੇ ਕੰਟਰੋਵਰਸੀ ਬਣਦੀਆਂ ਰਹਿੰਦੀਆਂ, ਖਬਰਾਂ ਵੀ ਬਣਦੀਆਂ ਰਹਿੰਦੀਆਂ। ਪਰ ਉਹਨਾਂ ਨੇ ਜਿਹੜਾ ਬਿਹਤਰ ਕੰਮ ਕੀਤਾ ਉਹ ਕੱਲ ਸੀਗਾ ਕਿ UPSC ਦੀ ਤਿਆਰੀ ਲਈ 8 ਸੈਂਟਰ ਸਥਾਪਿਤ ਕਰਨ ਦਾ, ਜਿਹਦਾ ਅਸੀਂ ਜ਼ਿਕਰ ਪਹਿਲਾਂ ਵੀ ਇੱਕ ਦਿਨ ਕੀਤਾ ਸੀ। ਹਾਂ, ਮੈਨੂੰ ਯਾਦ ਆਇਆ, ਸਾਡੇ ਹੀ ਮਝੈਲ ਸੁਖਬੀਰ ਸਿੰਘ ਸੰਧੂ ਨੂੰ 6 ਮਹੀਨੇ ਹੋਰ ਮਿਲ ਗਏ। ਇੱਥੇ ਜੰਜੂਆ ਸਾਹਿਬ ਨੂੰ ਤਾਂ ਕੋਈ ਸਮਾਂ ਨਹੀਂ ਮਿਲਿਆ, ਉਹ ਤਾਂ ਰੁਖਸਤ ਹੋ ਗਏ ਉਡੀਕਦੇ ਪੱਤਰ। ਪਰ ਉਧਰਲੇ ਬੰਨੇ ਉੱਤਰਾਖੰਡ ਦੇ ਵਿੱਚ ਬਤੌਰ ਚੀਫ ਸੈਕਟਰੀ ਸੁਖਬੀਰ ਸਿੰਘ ਸੰਧੂ ਨੂੰ 6 ਮਹੀਨੇ ਐਕਸਟੈਂਸ਼ਨ ਮਿਲ ਗਈ ਆ। ਮਤਲਬ ਇੱਕ ਤਰ੍ਹਾਂ ਨਾਲ ਪੰਜਾਬੀਆਂ ਦੀ ਸਲਤਨਤ ਉੱਤਰਾਖੰਡ 'ਚ ਪ੍ਰਸ਼ਾਸਨਿਕ ਮੁਖੀ ਨਾਲ ਵੱਡੀ ਗੱਲ ਆ। ਹੁਣ ਜਦੋਂ ਅਸੀਂ IPS IAS ਅਧਿਕਾਰੀਆਂ ਦੀ ਗੱਲ ਕਰਦੇ ਆ, ਭਾਵੇਂ ਅਸੀਂ ਆਪਣੇ ਐਂਬੈਸਡਰਸ ਦੀ ਵੀ ਗੱਲ ਕਰਦੇ ਆ। ਹੁਣ ਅਮਰੀਕਾ ਦੇ ਵਿੱਚ ਸੰਧੂ ਸਾਹਿਬ ਬੈਠੇ ਨੇ, ਪੱਗ ਦੀ ਸ਼ਾਨ ਵੱਧਦੀ ਆ। ਕਦੇ KC ਸਿੰਘ ਬੈਠਦੇ ਹੁੰਦੇ ਸੀ, ਹੋਰ ਕਿੰਨੇ ਸਾਰੇ ਐਸੇ ਸਾਡੇ ਵਿਅਕਤੀ ਨੇ। ਮੈਂ ਖੈਰ ਅਸੀਂ ਗੱਲ ਪੰਜਾਬੀਆਂ ਦੀ ਕਰਦੇ ਕਿ ਪੰਜਾਬ ਦੇ ਲੋਕ ਮੈਕਸਿਮਮ UPSC ਤੋਂ ਸਰਵਿਸ ਦੇਣ ਔਰ ਸਾਡਾ ਨਾਮ ਥਾਂ ਬਣਾਓ। ਮੈਂ ਫਿਰ ਮੁੜ ਕੇ ਆਵਾਂ, ਅੱਜ ਹੁਣ ਸ਼੍ਰੋਮਣੀ ਕਮੇਟੀ ਇਸ ਵੇਲੇ ਜਦੋਂ ਅਸੀਂ ਰਿਕਾਰਡ ਕਰ ਰਹੇ ਹਾਂ, ਆਪਣਾ ਵੈਬ ਚੈਨਲ ਲਾਂਚ ਕਰਨ ਲਈ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਰਹੀ ਆ। ਜਦੋਂ ਅਕਾਲੀ ਦਲ ਰਿਵਾਈਵਲ ਦੀ ਲੜਾਈ ਲੜ ਰਿਹਾ, ਰਿਵਾਈਵਲ ਨਹੀਂ, ਮੈਂ ਤਾਂ ਸਰਵਾਈਵਲ ਦੀ ਕਹੂੰਗਾ, ਉਦੋਂ ਸੁਖਦੇਵ ਸਿੰਘ ਢੀਂਡਸਾ ਦੇ ਦੁਆਲੇ ਪੁਰਾਣੇ ਅਕਾਲੀ ਟਕਸਾਲੀ ਅਕਾਲੀ ਇਕੱਠੇ ਹੋ ਰਹੇ। ਕੱਲ ਇੱਕ ਅਹਿਮ ਮੀਟਿੰਗ ਸੀ, ਉਹ ਮੀਟਿੰਗ ਪ੍ਰਭਾਵਸ਼ਾਲੀ ਸੀਗੀ, ਕਾਫੀ ਅਹਿਮ ਵਿਅਕਤੀ ਉਹਦੇ 'ਚ ਸ਼ਾਮਲ ਸੀਗੇ। ਔਰ ਮੁੱਦਾ ਕੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਿਵੇਂ ਕਰਵਾਈ ਜਾਵੇ, ਜਾਂ ਹੁਣ ਅਕਾਲੀ ਦਲ ਬਦਲ ਰੂਪ ਵਿੱਚ ਕਿਵੇਂ ਪੇਸ਼ ਹੋਵੇ। ਪ੍ਰਧਾਨ ਮੰਤਰੀ ਵੱਲੋਂ ਢੀਂਡਸਾ ਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਇਸ ਮੀਟਿੰਗ ਦੇ ਅਰਥ ਹੋਰ ਵੱਡੇ ਹੋ ਜਾਂਦੇ ਆ। ਵੈਸੇ ਆਖਰ ਦੇ ਵਿੱਚ ਇੱਕ ਚੀਜ਼ ਜੇ ਛੱਡ ਕੇ ਚੰਗਾ ਨਹੀਂ ਲੱਗੂਗਾ, ਮਾਲ ਅਧਿਕਾਰੀਆਂ ਨੇ ਅੱਜ ਫਿਰ ਸਟ੍ਰਾਈਕ ਦੀ ਚੇਤਾਵਨੀ ਦਿੱਤੀ ਹੋਈ ਆ। ਆਪਾਂ ਇਹ ਖਬਰ ਨੂੰ ਵੀ ਸਮਝਣ ਦਾ ਯਤਨ ਕਰਦੇ ਹਾਂ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਮੁੱਖ ਮੰਤਰੀ ਵਿਵਾਦ ਪਾਸੇ ਹਟਣੀ ਨਹੀਂ ਦਿੰਦੇ, ਉਹ ਟਲਦੇ ਨਹੀਂ। ਮੈਨੂੰ ਲੱਗਦਾ ਸਭ ਤੋਂ ਸੌਖੀ ਤੇ ਸਭ ਤੋਂ ਢੁਕਵੀਂ ਸਿਆਸਤ ਕਰਨੀ ਉਹਨਾਂ ਨੇ ਸਿੱਖ ਲਈ ਹੈ। ਇਹੀ ਸਿਆਸਤ ਜਿਹੜੇ ਵਿੱਚ ਕੁਝ ਨਾ ਕਰਨਾ ਨਾ ਕਤਰਨਾ, ਰੰਗ ਬੜਾ ਆਉਂਦਾ, ਸੁਰਖੀ ਬੜੀ ਬਣਦੀ, ਚਰਚਾ ਬੜੀ ਹੁੰਦੀ ਹੈ, ਹੱਟੀਆਂ ਭੱਠੀਆਂ ਤੇ ਗੱਲ ਤੁਰਦੀ ਰਹਿੰਦੀ ਹੈ। ਗੱਲਾਂ ਤੇ ਆਹੀ ਤੁਰਦੀਆਂ ਰਹਿੰਦੀਆਂ, ਗੱਲ ਤੁਸੀਂ ਵੀ ਤੋਰੋ। ਰੰਧਾਵਾ ਸਾਹਿਬ, ਬਿਲਕੁਲ ਤੁਸੀਂ ਠੀਕ ਆ ਵੀ ਅੱਜ ਜਦੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਵੀ 19 ਜ਼ਿਲ੍ਹਿਆਂ 'ਚ ਹੜ੍ਹ ਆਇਆ ਹੋਇਆ ਔਰ ਬਹੁਤ ਔਖੀ ਹੋਈ ਪਈ ਹੈ ਲੋਕਾਂ ਦੀ ਸਥਿਤੀ, ਕਿਉਂਕਿ ਹਿਮਾਚਲ ਪ੍ਰਦੇਸ਼ 'ਚ ਫਿਰ 2 ਦਿਨ ਤੋਂ ਲਗਾਤਾਰ ਬਰਸਾਤ ਜਿਹੜੀ ਹੋ ਰਹੀ ਹੈ, ਉਹ 'ਚ ਵੀ ਭਾਖੜਾ ਨੇ ਇੱਕ ਚੇਤਾਵਨੀ ਦਿੱਤੀ ਹੈ BBMP ਨੇ ਕਿ ਅਸੀਂ 54,000 ਕਿਊਸੈਕ ਪਾਣੀ ਹੋਰ ਛੱਡਣ ਲੱਗਿਆ। ਜਦੋਂ ਇਸ ਤਰ੍ਹਾਂ ਦਾ ਇੱਕ ਸੀਰੀਅਸ ਜਿਹਾ ਕੰਮ ਬਹੁਤ ਜ਼ਿਆਦਾ ਚੱਲ ਰਿਹਾ ਹੋਵੇ ਤੇ ਸਾਰਿਆਂ ਦੀ ਜਾਨ ਜਿਹਨੂੰ ਆਪਾਂ ਕਹਿੰਦੇ ਆ ਵੀ ਸੰਸਦ 'ਚ ਫਸੀ ਹੋਈ ਹੈ, ਉਸ ਮੌਕੇ ਤੇ ਅਗਰ ਫਿਰ ਤੁਸੀਂ ਮਤਲਬ ਪੋਲਿਟਿਕਸ ਵੱਲ ਤੁਰ ਲਓ ਗੱਲ ਨੂੰ, ਤਾਂ ਸਾਰੀਆਂ ਅਖਬਾਰਾਂ, TV ਚੈਨਲ, ਹੋਰ ਇਹ ਸਾਰੇ ਫਿਰ ਉਸੇ ਪਾਸੇ ਨੂੰ ਹੀ ਤੁਰ ਪੈਂਦੇ ਆ। ਜਿਹੜੀ ਅਸਲੀ ਕੰਮ ਸੀਗਾ ਜਾਂ ਅਸਲੀ ਦਿੱਕਤ ਹੈ ਜਿਨ੍ਹਾਂ ਚੀਜ਼ਾਂ ਦੀ, ਉਹਦੇ ਉੱਤੇ ਸਾਰੀ ਚੀਜ਼ਾਂ ਹੀ ਹਟ ਜਾਂਦੀਆਂ। ਤੁਸੀਂ ਦੇਖੋ ਕੱਲ CM ਸਾਹਿਬ ਨੇ ਇੱਕ ਤੀਰ ਨਾਲ 2 ਨਿਸ਼ਾਨੇ ਮਾਰੇ। ਇੱਕ ਤਾਂ ਗਵਰਨਰ ਸਾਹਿਬ ਤੇ ਮਾਰਿਆ ਉਹਨਾਂ ਨੇ, ਦੂਜਾ ਜਿਹੜਾ ਹੈਗਾ ਪ੍ਰਤਾਪ ਸਿੰਘ ਬਾਜਵਾ ਤੇ ਵੀ ਮਾਰਿਆ, ਜਾਂ ਕਾਂਗਰਸ ਪਾਰਟੀ ਤੇ ਕਹਿ ਲਓ ਕਿ ਕਾਂਗਰਸ ਪਾਰਟੀ ਤੇ ਵੀ ਮਾਰਿਆ। ਪਹਿਲਾਂ ਤਾਂ ਉਹਨਾਂ ਨੇ ਗਵਰਨਰ ਸਾਹਿਬ ਦੇ ਉੱਤੇ ਬੜੀ ਹੈਰਾਨੀ ਜਤਾਈ ਕਿ ਇਹ ਬੜੀ ਤਰਾਸਦੀ ਵਾਲੀ ਗੱਲ ਹੈ ਵੀ ਸਾਡੇ ਗਵਰਨਰ ਸਾਹਿਬ ਨੂੰ ਨਹੀਂ ਪਤਾ ਵੀ ਜਿਹੜਾ ਅਸੀਂ ਸੈਸ਼ਨ ਕਰਾਇਆ ਸੀ ਵੀ ਉਹ ਵੈਧ ਸੀ ਕਿ ਅਵੈਧ ਸੀ। ਇਹ ਤਾਂ ਬਹੁਤ ਮਤਲਬ ਉਹਨਾਂ ਨੇ ਚਿੰਤਾ ਜਤਾਈ ਇਸ ਗੱਲ ਦੇ ਉੱਤੇ। ਪਰ ਤੁਸੀਂ ਦੇਖੋ ਵੀ ਇਸ ਗੱਲ ਦੀ ਸੀਰੀਅਸਨੈਸ ਕਿੰਨੀ ਹੈ। ਅਦਰਵਾਈਜ਼ ਵੀ ਇੱਕ ਗਵਰਨਰ ਸਾਹਿਬ ਵੀ ਕਹਿ ਰਿਹਾ ਵੀ ਉਹਨਾਂ ਨੇ ਜਿਹੜੇ ਹੈਗੇ ਆ ਉਹਨਾਂ ਤੋਂ ਜਿਹੜੇ ਆਪਣੇ ਲੀਗਲ ਟੀਮ ਹੈ ਉਹਨਾਂ ਤੋਂ ਰਾਏ ਲਿੱਤੀ ਹੈ ਤੇ ਉਹਨਾਂ ਨੂੰ ਲੱਗ ਰਿਹਾ ਉਹਨਾਂ ਕੋਲ ਪੂਰੇ ਸਬੂਤ ਹੈ ਵੀ ਇਹ ਜਿਹੜਾ ਸੈਸ਼ਨ ਹੈ ਇਹ ਅਵੈਧ। ਦੂਜੇ ਪਾਸੇ CM ਸਾਹਿਬ ਵੀ ਇਹੀ ਕਹੀ ਜਾ ਰਹੇ ਵੀ ਉਹ ਵੀ ਕਿਹੜਾ ਕੋਈ ਕੱਚੀ ਗੋਲੀਆਂ ਕੱਢੇ ਹੋਏ, ਉਹਨਾਂ ਕੋਲ ਵੀ AG ਡਿਪਾਰਟਮੈਂਟ ਹੈ ਪੂਰਾ, ਉਹਨਾਂ 'ਚ ਫੌਜ ਹੈ ਪੂਰੀ ਤੇ ਬਹੁਤ ਸੀਨੀਅਰ ਵਕੀਲ ਨੇ ਉਹਦੇ ਵਿੱਚ, ਉਹਨਾਂ ਨੇ ਵੀ ਉਸ ਤੋਂ ਰਾਏ ਲਿੱਤੀ ਹੋਈ ਹੈ ਤੇ ਇਹ ਬਿਲਕੁਲ ਠੀਕ ਹੈ।
ਜਿਹੜੇ ਕਾਨੂੰਨ ਦੇ ਜਾਣਕਾਰ ਨੇ ਉਹ ਵੀ ਇਹ ਗੱਲ ਕਰ ਰਹੇ ਹੈ ਕਿ ਜਿਹੜਾ ਸੈਸ਼ਨ ਹੈਗਾ ਜਦ ਤੱਕ ਪ੍ਰਵੋਗ ਨਹੀਂ ਹੁੰਦਾ ਤਾਂ ਤੱਕ ਸਰਕਾਰ ਕਦੇ ਵੀ ਬੁਲਾ ਸਕਦੀ ਹੈ, ਉਹਦੇ ਵਿੱਚ ਗਵਰਨਰ ਦੀ ਮਨਜ਼ੂਰੀ ਲੈਣ ਦੀ ਲੋੜ ਨਹੀਂ। ਤੇ ਇੱਕ ਵਾਰ ਨਹੀਂ, ਇਹ ਪਹਿਲਾਂ ਵੀ ਹੋ ਚੁੱਕਿਆ ਕਿ ਜਦੋਂ ਤੱਕ ਪ੍ਰਵੋਗ ਨਹੀਂ ਹੁੰਦਾ, ਇੱਕ ਵਾਰ ਉਠਾਇਆ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਬੁਲਾਇਆ ਸੀ ਤੇ ਗਵਰਨਰ ਸਾਹਿਬ ਤੋਂ ਬਾਅਦ ਚ ਉਹਨਾਂ ਨੂੰ ਸੂਚਨਾ ਲਈ ਭੇਜਦਾ ਸੀਗਾ ਕਿ ਅਸੀਂ ਬੁਲਾ ਲਿਆ, ਤੇ ਉਹਨਾਂ ਨੇ ਸੈਸ਼ਨ ਹੋਣ ਤੋਂ ਬਾਅਦ ਜਿਹੜੀ ਹੈਗੀ ਹੈ ਉਹਦੀ ਅਪਰੂਵਲ ਦੇ ਦਿੱਤੀ ਸੀ। ਮੈਂ ਪਹਿਲਾਂ ਵੀ ਇਹ ਕਹਿ ਰਿਹਾ ਸੀ ਵੀ ਇਹ ਸਾਰੀਆਂ ਚੀਜ਼ਾਂ ਉਦੋਂ ਹੁੰਦੀਆਂ ਨੇ ਜਦੋਂ ਤੁਹਾਡੇ ਰਿਲੇਸ਼ਨ ਬੜੇ ਕੋਆਰਡੀਅਲ ਹੁੰਦੇ ਆ, ਗਵਰਨਰ ਤੇ ਮੁੱਖ ਮੰਤਰੀ ਦੇ ਰਿਲੇਸ਼ਨ ਬਹੁਤ ਕੋਆਰਡੀਅਲ ਹੋਣ ਤਾਂ ਵੱਡੇ ਵੱਡੇ ਜਿਹੜੇ ਮਸਲੇ ਨੇ ਉਹ ਵੀ ਚੁਟਕੀਆਂ 'ਚ ਹੱਲ ਹੋ ਜਾਂਦੇ ਆ। ਪਰ ਜੇ ਨਹੀਂ ਹੈਗੇ ਕੋਆਰਡੀਅਲ ਰਿਲੇਸ਼ਨ ਫਿਰ ਤਾਂ ਇੱਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਗਾਉਣਾ ਵੀ ਔਖਾ ਹੋ ਜਾਂਦਾ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਮਤਲਬ ਜਿਹੜੀਆਂ ਹੈਗੀਆਂ ਨੇ ਉਹ ਸਾਰੀ ਖੇਡ ਉਹਦੀ ਹੋਈ ਪਈ ਹੈ। ਮਤਲਬ ਅਸਲੀ ਇਸ਼ੂਜ਼ ਪੰਜਾਬ ਦੇ ਕੀ ਨੇ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅਸਲੀ ਇਸ਼ੂ ਇਹ ਹੋ ਕੇ ਹੁਣ ਕਿ ਇਹ ਸੈਸ਼ਨ ਵੈਸ ਸੀ ਕਵੈਸ ਸੀ, ਉਹਨਾਂ ਨੇ ਛੇੜਤਾ ਹੈ। ਹੁਣ ਨੈਚੁਰਲੀ ਹੈ ਅੱਜ ਜਾਂ ਕੱਲ ਚ ਗਵਰਨਰ ਸਾਹਿਬ ਵੀ ਇਹਦਾ ਪਲਟਵਾਰ ਕਰਨਗੇ ਕਿਉਂਕਿ ਉਹ ਕਰਦੇ ਤਾਂ ਹੈਗੇ ਨੇ ਪਰ ਬੜਾ ਪੋਲਾ ਜਿਹਾ ਕਰਦੇ ਆ। ਉਹ ਮੁੱਖ ਮੰਤਰੀ ਵਾਂਗੂ ਉਹ ਕਹਿੰਦੇ ਆ ਕਿ ਮੈਨੂੰ ਬਈ ਆਪਣੀ ਜਿਹੜੀ ਪੋਸਟ ਹੈ ਮੈਨੂੰ ਉਹਦੀ ਗਰਿਮਾ ਦਾ ਖਿਆਲ ਹੈ, ਮੈਂ ਉਸਨੇ ਨੀਚੇ ਪੱਧਰ ਤੇ ਨਹੀਂ ਉਤਰ ਸਕਦਾ ਜਿੰਨੇ ਨੀਚੇ ਪੱਧਰ ਤੇ ਮੁੱਖ ਮੰਤਰੀ ਉਤਰ ਆਉਂਦੇ ਆ। ਉਹ ਕਦੀ ਚਿੱਠੀ ਜੀ ਲਿਖ ਦਿੰਦੇ ਆ, ਕਦੀ ਸਾਰੀਆਂ ਪਿਛਲੀਆਂ ਚਿੱਠੀਆਂ ਦਾ ਵੇਰਵਾ ਜਿਹਾ ਦੇ ਦਿੰਦੇ ਆ। ਸੋ ਬਹੁਤ ਉਹਨਾਂ ਦੇ ਆਪਣੇ ਸਵਾਲ ਹੈਗੇ ਨੇ ਜਿਨ੍ਹਾਂ ਦਾ ਉੱਤਰ ਹਜੇ ਤੱਕ ਨਹੀਂ ਦੇ ਰਹੇ। ਉਹਨਾਂ ਦੇ ਵਿੱਚ ਤੁਸੀਂ ਇਹਦੀ ਗੱਲ ਕੀਤੀ ਸੀ ਜਿਹੜੇ ਪ੍ਰਿੰਸੀਪਲ ਆਪਾਂ ਕੱਲ ਵੀ ਭੇਜੇ ਨੇ ਸੀਐਮ ਸਾਹਿਬ ਨੇ, ਇਹ ਸਾਰੀਆਂ ਚੀਜ਼ਾਂ ਉਦੋਂ ਹੋ ਰਹੀਆਂ ਨੇ ਜਦੋਂ ਪ੍ਰਿੰਸੀਪਲ ਨੂੰ ਭੇਜਿਆ ਜਾ ਰਿਹਾ ਸੀ। ਤੇ ਤੁਹਾਨੂੰ ਯਾਦ ਹੋਊਗਾ ਇਸ ਤੇ ਵੀ ਜਿਹੜਾ ਪਹਿਲਾ ਬੈਚ ਗਿਆ ਸੀ ਉਸ ਤੇ ਵੀ ਗਵਰਨਰ ਸਾਹਿਬ ਨੇ ਜਿਹੜਾ ਹੈਗਾ ਉਹ ਇਸ਼ੂ ਉਠਾਇਆ ਸੀ ਤੇ ਕਿਹਾ ਸੀਗਾ ਵੀ ਇਹ ਜਿਹੜਾ ਚੁਣੇ ਨੇ ਤੁਸੀਂ ਉਹ ਕਿਸ ਤਰ੍ਹਾਂ ਚੁਣੇ, ਪ੍ਰਕਿਰਿਆ ਕੀ ਆ ਉਹਦੀ, ਉਹ ਸਾਰੀ ਮੈਨੂੰ ਦੱਸੀ ਜਾਏ। ਤੇ ਹਜੇ ਤੱਕ ਉਹਦਾ ਕੋਈ ਜਵਾਬ ਨਹੀਂ ਭੇਜਿਆ। ਹਾਲਾਂਕਿ ਸੁਪਰੀਮ ਕੋਰਟ ਨੇ ਵੀ ਤੁਹਾਨੂੰ ਯਾਦ ਹੋਊਗਾ ਇਸ 'ਚ ਕਿਹਾ ਸੀ ਵੀ ਜੋ ਗਵਰਨਰ ਸਾਹਿਬ ਪੁੱਛਦੇ ਆ ਜਿਹੜਾ ਚੀਫ ਮਿਨਿਸਟਰ ਹੈ ਜਾਂ ਸਰਕਾਰ ਹੈ ਉਹ ਬਾਉਂਡ ਹੈ ਉਹਨਾਂ ਨੂੰ ਦੱਸਣ ਲਈ, ਪਰ ਹਜੇ ਤੱਕ ਉਹਨਾਂ ਦੀ ਕਿਸੇ ਵੀ ਚਿੱਠੀ ਦਾ ਜਵਾਬ ਨਹੀਂ ਦਿੱਤਾ। ਇਸ ਕਰਕੇ ਜਿਹੜੀ ਚਿੱਠੀਆਂ ਵਾਲੀ ਖੇਡ ਹੈ ਉਹ ਲਗਾਤਾਰ ਜਾਰੀ ਹੈ, ਪਰ ਮੈਨੂੰ ਲੱਗਦਾ ਕਿ ਜਿਹੜੇ ਰੀਅਲ ਇਸ਼ੂਜ਼ ਨੇ ਉਹ ਡੇ ਬਾਈ ਡੇ ਪਿੱਛੇ ਪਈ ਜਾ ਰਹੇ। ਭਾਸਕਰ ਸਾਹਿਬ, ਇਸ ਮਾਮਲੇ 'ਚ ਉਹਨਾਂ ਇਕੱਲੇ ਗਵਰਨਰ ਨਹੀਂ ਨਿਸ਼ਾਨੇ ਤੇ ਲਏ, ਉਹਨਾਂ ਨੇ ਇੰਦਰਪ੍ਰੀਤ ਜੀ ਠੀਕ ਕਹਿੰਦੇ ਆ, ਬਾਜਵਾ ਸਾਹਿਬ ਨੂੰ ਵੀ ਸਿੱਧਾ ਸਵਾਲ ਪੁੱਛ ਲਿਆ। ਕਹਿੰਦੇ ਜੀ ਤੁਸੀਂ ਤਾਂ, ਮੈਂ ਤਾਂ ਚਾਹੁੰਦਾ ਵੀ ਤੁਸੀਂ ਸਾਰੀ ਉਮਰ ਹੀ ਨਾ, ਰੱਬ ਕਰੇ ਸਾਰੀ ਉਮਰ ਹੀ ਵੋਟ ਦੀ ਧਿਰ ਚਲਾਓ। ਇੱਕ ਇਹ ਸਵਾਲ। ਦੂਜੇ ਬੰਨੇ ਉਹਨਾਂ ਨੇ ਬਾਦਲਾਂ ਦੇ ਚੈਨਲ ਦਾ ਜ਼ਿਕਰ ਬੜਾ ਇਨਵਰਟਡ ਕੌਮਾਂ ਦੇ ਵਿੱਚ ਥੱਲੇ ਸੁਰਖੀ ਬਿੰਦੀ ਲਾ ਕੇ ਕਰਦੇ ਆ ਵੀ ਆਖਰ ਹੋਰ ਕਿਸੇ ਨੂੰ ਸੱਦਾ ਕਿਉਂ ਨਹੀਂ, ਤੁਸੀਂ ਮੁੜ ਘੁੜ ਕੇ ਉੱਥੇ ਹੀ ਕਿਉਂ ਜਾਂਦੇ ਹੋ। ਜਿੱਥੇ ਤੱਕ ਗਵਰਨਰ ਸਾਹਿਬ ਔਰ ਸਾਡੇ ਮੁੱਖ ਮੰਤਰੀ ਦੀ ਗੱਲ ਹੈਗੀ ਹੈ, ਇਦਾਂ ਦੀ ਲੜਾਈ ਹੈਗੀ ਹੈ ਜਿੱਦਾਂ ਕਈ ਵਾਰ ਲੱਗਦਾ WWF ਵਾਲੀ ਫਾਈਟ ਨਹੀਂ ਹੁੰਦੀ, ਨਾ ਕੋਈ ਕਿਸੇ ਤੇ ਕੋਈ ਹਿੱਟ ਕੀਤਾ ਔਰ ਇਹ ਇੱਕ ਬਹਿਸ ਜਾਂ ਇੱਕ ਲੜਾਈ ਲੋਕਾਂ ਦੇ ਇੰਜੋਇਮੈਂਟ ਵਾਸਤੇ ਠੀਕ ਰਹਿੰਦੀ ਹੈ। ਹੁਣ ਗਵਰਨਰ ਸਾਹਿਬ ਦੀ ਸੈਪਟੈਂਬਰ 22 ਨੂੰ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਇੱਕ ਟਸਲ ਹੁੰਦੀ ਹੈ ਜਦ ਉਹ ਸਪੈਸ਼ਲ ਸੈਸ਼ਨ ਖਾਸ ਕਰਕੇ ਕੌਨਫੀਡੈਂਸ ਵੋਟ ਆਫ ਕੌਨਫੀਡੈਂਸ ਲੈਣ ਜਾਂ ਕੌਨਫੀਡੈਂਸ ਰੈਜ਼ੋਲੂਸ਼ਨ ਪਾਸ ਕਰਾਉਣ ਵਾਸਤੇ ਉਹਨਾਂ ਨੇ ਮਨਾ ਕਰ ਪਹਿਲੇ ਦੇ ਦਿੱਤੀ ਸੀ ਕੰਸੈਂਟ, ਫਿਰ ਬਾਅਦ ਚੋਂ ਵਿਡਰਾ ਕਰ ਲਈ। ਫਿਰ ਉਸ ਤੋਂ ਬਾਅਦ ਸੈਪਟੈਂਬਰ 22 ਤੋਂ ਬਾਅਦ ਉਹ ਸੈਪਟੈਂਬਰ 27 ਨੂੰ ਸੈਸ਼ਨ ਵੀ ਹੁੰਦਾ ਹੈ, ਉਹਦੇ ਵਾਸਤੇ ਪੂਰਾ ਏਜੰਡਾ ਮੰਗਿਆ ਜਾਂਦਾ ਹੈ। ਏਜੰਡੇ ਦੇ ਵਿੱਚ ਉਹ ਗੱਲ ਨਹੀਂ ਹੁੰਦੀ ਜਿਸ ਗੱਲ ਦੇ ਉੱਤੇ ਪਹਿਲੇ ਨਾ ਕੀਤੀ ਸੀ, ਬਾਅਦ ਚੋਂ ਉਸ ਗੱਲ ਨੂੰ ਵੀ, ਉਸ ਕੌਨਫੀਡੈਂਸ ਮੋਸ਼ਨ ਨੂੰ ਵੀ ਉਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਨਕਲੂਡ ਕਰ ਲਿੱਤਾ ਜਾਂਦਾ ਹੈ। ਤਦ ਤੋਂ ਇਹ ਟਸਲ ਸ਼ੁਰੂ ਹੁੰਦੀ ਹੈ, ਅੱਜ ਤੱਕ ਨਹੀਂ ਖਤਮ ਹੋਈ। ਗਵਰਨਰ ਸਾਹਿਬ ਨੇ ਉਹ ਜਿਹੜੀ ਲੰਬੀ ਜਿਹੀ ਚਿੱਠੀ ਲਿਖੀ ਸੀ ਨਾ, ਉਹਦੇ ਵਿੱਚ ਕਾਫੀ ਸਾਰੇ ਪੁਆਇੰਟ, ਉਹਦੇ ਵਿੱਚ ਕੁਲਦੀਪ ਚਾਲ ਤੋਂ ਲੈ ਕੇ PAU ਦੇ ਵਾਈਸ ਚਾਂਸਲਰ ਨੂੰ ਲੈ ਕੇ ਪ੍ਰਿੰਸੀਪਲਾਂ ਨੂੰ ਬਾਹਰ ਭੇਜਣ ਦੇ ਮਾਮਲੇ ਤੋਂ ਲੈ ਕੇ ਜਿਹੜੀ ਇਨਫੋਰਮੇਸ਼ਨ ਮੰਗੀ ਸੀ ਉਹ ਸਰਕਾਰ ਨੇ ਦਿੱਤੀ ਕਿ ਨਹੀਂ ਦਿੱਤੀ, ਪਰ ਇਹ ਪਬਲਿਕ ਡਿਬੇਟਸ ਦੇ ਵਿੱਚ ਜਾਂ ਫਿਰ ਪਬਲਿਕ ਫੰਕਸ਼ਨਸ ਦੇ ਵਿੱਚ ਇਹਨਾਂ ਗੱਲਾਂ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਮੰਤਰੀ ਵੀ ਦੇਖੇਗੇ ਜਵਾਬ ਦੇ ਦਿਓ, ਕਿਉਂਕਿ ਉਹਨਾਂ ਨੇ ਜਵਾਬ ਹੀ ਮੰਗਿਆ, ਇਨਫੋਰਮੇਸ਼ਨ ਹੀ ਮੰਗੀ ਹੈ, ਕੋਈ ਆਬਜੈਕਸ਼ਨ ਨਹੀਂ ਲਾਇਆ। ਖਾਸ ਕਰਕੇ ਜਿਹੜੇ PAU ਦੇ ਵਾਈਸ ਚਾਂਸਲਰ ਨੂੰ ਹਟਾਉਣ ਦੀ ਗੱਲ ਗਵਰਨਰ ਸਾਹਿਬ ਨੇ ਲਿਖੀ ਸੀ, ਉਸ ਮੁੱਦੇ ਦੇ ਉੱਤੇ ਵੀ ਸਰਕਾਰ ਕਦੀ ਅੱਗੇ ਵਧਦੀ ਨਜ਼ਰ ਨਹੀਂ ਆਈ। ਜਿੱਥੇ ਤੱਕ ਕਿ ਇਸ ਸੈਸ਼ਨ ਦੀ ਗੱਲ ਹੈਗੀ ਹੈ ਜਿਹਦਾ ਮੁੱਖ ਮੰਤਰੀ ਸਾਹਿਬ ਕੱਲ ਕਹਿ ਰਹੇ ਸੀਗੇ, ਅਨਫੋਰਚੂਨੇਟ ਹੈਗਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਹੈ ਸੈਸ਼ਨ ਵੈਲਿਡ ਹੈ ਕਾਨੂੰਨੀ ਤੌਰ ਤੇ ਕਿ ਨਹੀਂ। ਹੁਣ ਇਹਦੇ ਵਿੱਚ ਇੱਕ ਲੀਗਲ ਟੈਂਗਲ ਤੇ ਹੈਗਾ ਹੈ, ਲੀਗਲ ਐਂਗਲ ਵੀ ਹੈਗਾ ਹੈ, ਕਾਰਨ ਕਿ ਅਗਰ ਉਸ ਸੈਸ਼ਨ ਨੂੰ, ਬਜਟ ਦੇ ਸੈਸ਼ਨ ਨੂੰ ਦੁਬਾਰਾ ਰਿਪੀਟ ਜਾਂ ਬੁਲਾਇਆ ਜਾਂਦਾ ਹੈ, ਕਿਉਂਕਿ ਉਹ ਪ੍ਰੋਰੋਗ ਨਹੀਂ ਹੋਇਆ ਸੀਗਾ, ਇਹ ਗੱਲ ਬਿਲਕੁਲ ਸਾਫ਼ ਹੈ, ਪਰ ਉਹਦੇ ਨਾਲ ਨਾਲ ਕੀ ਬਿਜ਼ਨਸ ਜਿਹੜਾ ਹੁਣ ਦੁਬਾਰਾ ਬੁਲਾਇਆ ਗਿਆ ਸੈਸ਼ਨ, ਉਹਦੇ ਵਿੱਚ ਬਜਟ ਸੈਸ਼ਨ ਤੋਂ ਰਿਲੇਟਡ ਬਿਜ਼ਨਸ ਸੀਗਾ ਜਾਂ ਇਹਦੇ ਵਿੱਚ ਜਿਹੜਾ ਬਿਜ਼ਨਸ ਸੀਗਾ ਇਹਦਾ ਵੀ ਏਜੰਡਾ ਗਵਰਨਰ ਸਾਹਿਬ ਨੂੰ ਪਹਿਲੇ ਨਹੀਂ ਦਿੱਤਾ ਗਿਆ ਸੀ। ਇਹ ਇੱਕ ਲੀਗਲ ਐਂਗਲ ਹੈਗਾ ਜਿਹਦੇ ਉੱਤੇ ਸ਼ਾਇਦ ਗਵਰਨਰ ਸਾਹਿਬ ਕਹਿ ਰਹੇ ਨੇ ਕਿ ਮੈਂ ਹਜੇ ਲੀਗਲ ਐਡਵਾਈਸ ਲਵਾਂਗਾ, ਕਿਉਂਕਿ
ਬਜਟ ਸੈਸ਼ਨ ਤੋਂ ਰਿਲੇਟਡ ਕੋਈ ਵੀ ਏਜੰਡਾ, ਇਹ 4 ਬਿੱਲ ਬਜਟ ਸੈਸ਼ਨ ਦੇ ਪਾਰਟ ਨਹੀਂ ਸੀਗੇ ਜਿਨ੍ਹਾਂ ਨੂੰ ਪਾਸ ਕਰਕੇ ਗਵਰਨਰ ਸਾਹਿਬ ਨੂੰ ਭੇਜਿਆ ਗਿਆ। ਇਸ ਕਰਕੇ ਗਵਰਨਰ ਸਾਹਿਬ ਵੀ ਕਿਸੇ ਨਾ ਕਿਸੇ ਜਗ੍ਹਾ ਹੋ ਸਕਦਾ ਠੀਕ ਹੋਣ, ਲੇਕਿਨ ਸਿੱਧੇ ਤੌਰ ਤੇ ਦੇਖੀਏ ਤੇ ਇਹ ਲੱਗਦਾ ਹੈ ਵੀ ਸੈਸ਼ਨ ਬੁਲਾਉਣ ਦਾ ਹੱਕ ਹੈਗਾ। ਕੈਪਟਨ ਸਾਹਿਬ ਨੇ ਵੀ ਬੁਲਾਇਆ ਸੀ 2 ਵਾਰ, ਤੇ ਅਸੀਂ ਕਿਉਂ ਨਹੀਂ ਬੁਲਾ ਸਕਦੇ? ਪਰ ਉਹ ਏਜੰਡਾ, ਉਹ ਇੱਕ ਕੰਟੀਨਿਊਸ ਜਿਹੜਾ ਬੋਨ ਆਫ ਕੰਟੈਂਸ਼ਨ ਹੈਗਾ, ਜਿਸ ਮੁੱਦੇ ਦੇ ਉੱਤੇ ਸ਼ਾਇਦ ਗਵਰਨਰ ਸਾਹਿਬ ਸਲਾਹ ਲੈਣਗੇ। ਹੁਣ ਕੱਲ ਮੁੱਖ ਮੰਤਰੀ ਸਾਹਿਬ, ਇਹਦੇ ਵਿੱਚ ਜੇ ਤੁਸੀਂ ਮੈਨੂੰ ਆਗਿਆ ਦਿਓ ਇੰਦਰਪ੍ਰੀਤ ਜੀ ਨੂੰ ਥੋੜਾ ਜਿਹਾ ਸ਼ਾਮਲ ਕਰ ਲਈਏ। ਇੰਦਰਪ੍ਰੀਤ ਜੀ, ਟੈਕਨੀਕਲਿਟੀਜ਼ ਕੀ ਕਹਿੰਦੀਆਂ ਕਿ ਜੇਕਰ ਤੁਸੀਂ ਜਿਹੜਾ ਸੈਸ਼ਨ ਪਹਿਲਾਂ ਬੁਲਾ ਰਹੇ ਹੋ, ਕੀ ਸਾਰੇ ਏਜੰਡਾ ਉਹ ਭੇਜਣੇ ਗਵਰਨਰ ਤੋਂ ਪ੍ਰਵਾਨ ਕਰਾਉਣੇ ਜ਼ਰੂਰੀ ਹੁੰਦੇ ਆ? ਜਿੱਦਾਂ ਪਹਿਲਾਂ ਜਿਹੜਾ ਬੁਲਾਇਆ ਸੀ ਜਿਹਦੇ ਵਿੱਚ ਉਹਨਾਂ ਨੇ ਏਜੰਡਾ ਹੀ ਇਹ ਭੇਜਿਆ ਸੀ ਕਿ ਅਸੀਂ ਭਰੋਸੇ ਦਾ ਵੋਟ ਹਾਸਲ ਕਰਨਾ, ਲੇਕਿਨ ਉਹ ਮਨਾ ਕੀਤਾ ਗਿਆ। ਬਾਅਦ ਦੇ ਵਿੱਚ ਜਿਹੜਾ ਏਜੰਡਾ ਭੇਜਿਆ ਜਿਹਨੂੰ ਗਵਰਨਰ ਨੇ ਹਾਂ ਕੀਤੀ, ਉਹਦੇ ਵਿੱਚ ਉਹ ਹੈ ਹੀ ਨਹੀਂ ਸੀ ਮੱਦ। ਤੇ ਹੁਣ ਜਿਹੜੀ, ਕਿਉਂਕਿ ਇਹ ਪ੍ਰੋਰੋਗ ਨਹੀਂ ਹੋਇਆ ਸੀਗਾ, ਇਸ ਕਰਕੇ ਇਹਨਾਂ ਨੇ ਉਸੇ ਆੜ ਚ ਬੁਲਾ ਲਿਆ ਕਿ ਇਹਦੇ ਵਿੱਚ ਜਿਹੜਾ ਪੇਸ਼ ਹੋਣਾ ਏਜੰਡਾ ਹੁੰਦਾ ਕਿ ਇਹਨੂੰ ਵੀ ਗਵਰਨਰ ਤੋਂ ਪਾਸ ਕਰਾਉਣਾ ਹੁੰਦਾ, ਪ੍ਰਵਾਨ ਕਰਾਉਣਾ ਹੁੰਦਾ, ਗਵਰਨਰ ਵੱਲ ਭੇਜਣਾ ਹੁੰਦਾ, ਜਾਂ ਜਦੋਂ ਮਰਜ਼ੀ ਜੇ ਪ੍ਰੋਰੋਗ ਨਹੀਂ ਕੀਤਾ ਗਿਆ ਤੇ ਤੁਸੀਂ ਜਦੋਂ ਮਰਜ਼ੀ ਸ਼ੁਰੂ ਕਰ ਲਓ ਤੇ ਏਜੰਡਾ ਜੋ ਮਰਜ਼ੀ ਲੈ ਆਓ। ਕਿ ਇਸ ਤਰ੍ਹਾਂ ਦੀਆਂ ਵੀ ਸੰਵਿਧਾਨਕ ਮਜਬੂਰੀਆਂ ਹੁੰਦੀਆਂ ਕੋਈ? ਨਹੀਂ, ਦੇਖੋ, ਜਿਹੜੇ ਤਾਂ ਬਿੱਲ ਮਨੀ ਬਿੱਲ ਹੁੰਦੇ ਹੈਗੇ ਆ, ਉਹ ਤਾਂ ਗਵਰਨਰ ਦੀ ਅਪਰੂਵਲ ਤੋਂ ਬਿਨਾਂ ਨਹੀਂ ਆ ਸਕਦੀ, ਕਿਉਂਕਿ ਇਹਦੇ ਵਿੱਚ ਬਿੱਲ ਹੀ ਆਣੇ ਸੀਗੇ। ਇੱਕ ਬਿੱਲ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹਦੇ ਨਾਲ ਜੁੜਿਆ ਹੋਇਆ ਹੈਗਾ ਰੈਵਨਿਊ ਡਿਪਾਰਟਮੈਂਟ ਦੇ ਨਾਲ, ਜਿਸ ਤੇ 1000 ਕਰੋੜ ਰੁਪਏ ਦੇ ਟੈਕਸਸ ਨੇ ਉਹ ਲਗਾਣੇ ਸੀਗੇ, ਕਿਉਂਕਿ ਉਹ ਮਨੀ ਬਿੱਲ ਸੀ। ਉਹ ਮਨੀ ਬਿੱਲ ਸੀ, ਇਸ ਕਰਕੇ ਗਵਰਨਰ ਨੇ ਕਿਹਾ ਵੀ ਮੈਨੂੰ ਇਹਦੇ ਲਈ ਘੱਟੋ ਘੱਟ ਸਟੱਡੀ ਵਾਸਤੇ ਮੈਨੂੰ 4-5 ਦਿਨ ਚਾਹੀਦੇ ਆ, ਤੇ ਮੈਂ ਇੰਨੀ ਜਲਦੀ ਰਾਤੋਂ ਰਾਤ ਸਾਈਨ ਨਹੀਂ ਕਰ ਸਕਦਾ ਇਹਦੇ। ਸੋ ਉਹਦੇ ਤਾਂ ਉਹ ਮਤਲਬ ਉਹਨਾਂ ਤਾਂ ਉਹਨਾਂ ਨੇ ਮਨਾ ਕਰਤਾ ਸੀ ਕਿ ਮੈਂ ਨਹੀਂ ਦਊਂਗਾ। ਦੂਜੇ ਜਿਹੜੇ ਬਿੱਲ ਸੀਗੇ ਉਹ ਤਾਂ ਪ੍ਰਸ਼ਾਸਨਿਕ ਨੇ, ਉਹਨਾਂ ਦਾ ਉਹਨਾਂ ਨੂੰ ਇੰਟੀਮੇਟ ਕਰਨਾ ਹੁੰਦਾ, ਮਨਜ਼ੂਰੀ ਵਗੈਰਾ ਨਹੀਂ ਲੈਣੀ ਕਿ ਹਾਂ ਮਨਜ਼ੂਰ ਕਰਨਗੇ ਤਾਂ ਹੀ ਆਪਾਂ ਲਿਖਣਾ, ਇੰਟੀਮੇਟ ਕਰਨਾ ਹੁੰਦਾ। ਮਨਜ਼ੂਰੀ ਵਾਸਤੇ ਤਾਂ ਪਾਸ ਹੋਣ ਤੋਂ ਬਾਅਦ ਜਾਂਦਾ। ਸਿਰਫ ਇੱਕ ਮਨੀ ਬਿੱਲ ਏਦਾਂ ਦਾ ਹੁੰਦਾ ਜਿਹੜਾ ਬਿੱਲ ਅਪਰੂਵਲ ਤੋਂ ਪਹਿਲਾਂ ਵੀ ਗਵਰਨਰ ਕੋਲੇ ਜਾਂਦਾ, ਯਾਨੀ ਕਿ ਵਿਧਾਨ ਸਭਾ ਚ ਪਾਸ ਹੋਣ ਤੋਂ ਪਹਿਲਾਂ ਇੱਕ ਵਾਰੀ ਰਾਜਪਾਲ ਕੋਲ ਜਾਏਗਾ, ਰਾਜਪਾਲ ਜਦੋਂ ਉਹਨੂੰ ਮਨਜ਼ੂਰੀ ਦੇ ਦਿੰਦੇ ਆ ਫਿਰ ਹੀ ਉਹ ਬਿੱਲ ਜਿਹੜਾ ਹੈਗਾ ਉਹ ਉਹਦੇ ਵਿੱਚ ਇੰਟਰੋਡਿਊਸ ਹੁੰਦਾ। ਇਸੇ ਕਰਕੇ ਜਿਹੜਾ ਮਨੀ ਬਿੱਲ ਹੁੰਦਾ ਉਹਨੂੰ ਗਵਰਨਰ ਸਾਹਿਬ ਕਦੇ ਰੋਕਦੇ ਹੀ ਨਹੀਂ, ਕਿਉਂਕਿ ਮਨੀ ਬਿੱਲ ਨੂੰ ਖੁਦ ਹੀ ਉਹਨਾਂ ਨੇ ਪਾਸ ਕੀਤਾ ਹੁੰਦਾ। ਬਾਕੀ ਤਾਂ ਜਿਹੜੇ ਚੀਜ਼ਾਂ ਨੇ ਉਹ ਤਾਂ ਉੱਤੇ ਜਦ ਤੱਕ ਡਿਸਕਸ਼ਨ ਹੋਣਗੀਆਂ, ਡਿਸਕਸ਼ਨ ਤੋਂ ਬਾਅਦ ਬਹੁਤ ਚੀਜ਼ਾਂ ਇਨਕੋਰਪੋਰੇਟ ਹੋ ਜਾਂਦੀਆਂ, ਨਵੀਆਂ ਕਈ ਮੱਦਾਂ ਆ ਜਾਂਦੀਆਂ। ਜਦੋਂ ਵਿਧਾਨ ਸਭਾ ਦੇ ਵਿੱਚ ਬਹਿਸ ਚੱਲਦੀ ਹੈ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਆ ਜਾਂਦੀਆਂ। ਉਹ ਜਦੋਂ ਨਵੀਆਂ ਚੀਜ਼ਾਂ ਆਉਂਦੀਆਂ ਨੇ ਤਾਂ ਹਾਊਸ ਇਹ ਕਹਿੰਦਾ ਹੈ ਕਿ ਇਹਨੂੰ ਇਸ ਦੇ ਵਿੱਚ ਇਨਕੋਰਪੋਰੇਟ ਕੀਤਾ ਜਾਏ, ਤੇ ਜੇ ਤਾਂ ਸਰਕਾਰ ਮੰਨ ਜਾਂਦੀ ਹੈ ਕਿ ਠੀਕ ਹੈ ਇਹ ਚੀਜ਼ਾਂ ਲਈਆਂ ਜਾ ਸਕਦੀਆਂ ਨੇ ਇਹਦੇ ਵਿੱਚ, ਤਾਂ ਫਿਰ ਉਹ ਕਰ ਲੈਂਦੇ ਆ, ਤੇ ਫਿਰ ਨਵੇਂ ਸਿਰੇ ਤੋਂ ਬਿੱਲ ਮਤਲਬ ਉੱਥੇ ਚਲਾ ਜਾਂਦਾ ਹੈ, ਮਨਜ਼ੂਰ ਹਾਊਸ ਕਰ ਦਿੰਦਾ, ਪਰ ਇੱਕ ਉਹ ਮੱਦ ਇਨਕੋਰਪੋਰੇਟ ਕਰਨ ਵਾਸਤੇ ਉਸ ਤੋਂ ਬਾਅਦ ਸਿੱਧੇ ਹੀ ਮਨਜ਼ੂਰੀ ਗਵਰਨਰ ਨੂੰ ਚਲੀ ਜਾਂਦੀ ਹੈ। ਪਰ ਇਹ ਨਹੀਂ ਹੁੰਦਾ ਵੀ ਸਾਰੇ ਦਾ ਸਾਰਾ ਸੈਸ਼ਨ ਹੀ ਉੱਥੇ ਜਾਏ। ਇਹਦੇ ਵਿੱਚ ਦਿੱਕਤ ਕੀ ਸੀ? ਉਹ ਕਹਿੰਦੇ ਵੀ ਸੈਸ਼ਨ ਚ ਕੀ ਹੋਣਾ ਹੈ ਇਹ ਤਾਂ ਤੈਅ BAC ਦੀ ਕਮੇਟੀ ਨੇ ਕਰਨਾ, ਕਿ ਇਹ ਸੈਸ਼ਨ ਕਦੋਂ, ਕਿੰਨੇ ਦਿਨ ਚਲਾਇਆ ਜਾਣਾ ਹੈ, ਕਿਸ ਦਿਨ ਕੀ ਹੋਊਗਾ, ਬਹਿਸਾਂ ਕਿਹੜੀਆਂ ਹੋਣੀਆਂ ਨੇ, ਬਿੱਲ ਕਿਹੜੇ ਆਏ ਨੇ, ਇਹ ਸਾਰਾ ਕੁਝ ਜਿਹੜਾ ਹੈਗਾ ਉਹ ਤੈਅ ਕਰਦੀ ਹੈ BAC ਦੀ ਕਮੇਟੀ। ਪਰ ਇਹਦੇ ਵਿੱਚ ਜਦੋਂ BAC ਦੀ ਕਮੇਟੀ ਦੀ ਮੀਟਿੰਗ ਹੀ ਨਹੀਂ ਹੋਈ ਤਾਂ ਗਵਰਨਰ ਨੂੰ ਇਸ ਕਰਕੇ ਇਹਨਾਂ ਨੇ ਭੇਜਿਆ ਹੀ ਨਹੀਂ। ਇਹ ਵੀ ਫਸਟ ਟਾਈਮ ਸੀਗਾ ਵੀ ਸੈਸ਼ਨ ਤੁਸੀਂ ਬੁਲਾ ਲਿਆ, 2 ਦਿਨ ਦਾ ਸੈਸ਼ਨ ਹੈ, ਪਰ ਉਹਦੇ ਚ ਤੁਸੀਂ BAC ਦੀ ਮੀਟਿੰਗ ਹੀ ਨਹੀਂ ਕਾਲ ਕੀਤੀ ਜਿਹਦੇ ਚ ਤੈਅ ਹੋਣਾ ਹੈ ਕਿ ਇਹ ਸੈਸ਼ਨ ਦੇ ਵਿੱਚ ਕਰਨਾ ਕੀ। BAC ਦਾ ਮਤਲਬ ਬਿਜ਼ਨਸ ਐਡਵਾਈਜ਼ਰੀ ਕਮੇਟੀ। ਹਾਂ ਜੀ। ਮੈਂ ਫਿਰ ਅਗਲਾ ਸਵਾਲ ਵੀ ਪੁੱਛੂੰਗਾ, ਜੇ ਤੁਹਾਡੇ ਦੋਵਾਂ ਚੋਂ ਹੀ ਇਹਨੂੰ ਕੋਈ ਥੋੜਾ ਸਪਸ਼ਟ ਕਰ ਸਕਣ, ਫਿਰ ਇਹ ਪ੍ਰਥਾ ਬਣ ਜਾਊਗੀ, ਇਹ ਪ੍ਰਥਾ ਹੋਊਗੀ ਵੀ ਆਪਾਂ ਉਠਾਉਂਦੇ ਹੀ ਨਹੀਂ ਸਦਨ, ਆਪਾਂ ਪ੍ਰੋਰੋਗ ਕਰਦੇ ਹੀ ਨਹੀਂ, ਗਵਰਨਰ ਦੀ ਲੋੜ ਹੀ ਨਹੀਂ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਮੈਂ ਵੀ ਜਦ ਇਹ ਗੱਲ ਚੱਲ ਰਹੀ ਸੀ ਮੇਰੇ ਮਨ ਵਿੱਚ ਵੀ ਆਈ ਆ ਰਿਹਾ ਸੀ ਵੀ ਇੱਕ ਸੈਸ਼ਨ ਪਹਿਲਾਂ ਬੁਲਾ ਕੇ ਬਾਅਦ ਚੋਂ ਫਿਰ ਉਹਨੂੰ ਕੰਟੀਨਿਊ ਰੱਖੀ ਜਾਓ। ਤਾਂ ਕਰਕੇ ਹੀ ਇਹ ਲੀਗਲ ਐਂਗਲ, ਜਿਸ ਲੀਗਲ ਐਂਗਲ ਦੀ ਮੈਂ ਗੱਲ ਕਰ ਰਿਹਾ ਸੀਗਾ, ਕਿ ਬਜਟ ਸੈਸ਼ਨ ਦੇ ਵਿੱਚ ਬਜਟ ਰਿਲੇਟਡ ਕੋਈ ਇਸ਼ੂ ਪੈਂਡਿੰਗ ਹੋਏ ਔਰ ਉਸ ਪੈਂਡਿੰਗ ਇਸ਼ੂ ਨੂੰ ਅੱਗੇ ਵਧਾਉਣਾ ਹੋਏ, ਤਦ ਸੈਸ਼ਨ ਕੰਟੀਨਿਊਏਸ਼ਨ ਦੇ ਵਿੱਚ ਆ ਸਕਦਾ ਹੈ। ਇਹ ਨਹੀਂ ਹੈ ਕਿ ਵੀ ਬਜਟ ਸੈਸ਼ਨ ਨੂੰ ਤੁਸੀਂ ਕੰਟੀਨਿਊ ਰੱਖੋ, ਅੱਗੇ ਬਿਜ਼ਨਸ ਏਜੰਡਾ ਤੁਹਾਡਾ ਕੋਈ ਵੱਖਰਾ ਹੀ ਹੋਏ, ਬਜਟ ਦੇ ਨਾਲ ਕੋਈ ਰਿਲੇਟਡ ਗੱਲ ਹੀ ਨਾ ਹੋਏ। ਇਸ ਮੁੱਦੇ ਦੇ ਉੱਤੇ ਹੀ ਗਵਰਨਰ ਸਾਹਿਬ ਕਹਿ ਰਹੇ ਨੇ ਕਿ ਵੀ ਲੀਗਲ ਐਂਗਲ ਹੈਗੇ ਨੇ, ਮੈਨੂੰ ਲੀਗਲ ਕੰਸਲਟੇਸ਼ਨ ਲੈਣੀ ਪਏਗੀ ਵੀ ਇਹ ਵੈਲਿਡ ਵੀ ਹੈ ਕਿ ਨਹੀਂ ਹੈ। ਮੁੱਖ ਮੰਤਰੀ ਜਾਣਬੁੱਝ ਕੇ ਸਿਰਫ ਪ੍ਰੋਰੋਗ ਦੀ ਗੱਲ ਕਰ ਰਹੇ ਨੇ, ਇਸ ਬਿਜ਼ਨਸ ਦੀ ਗੱਲ ਉਹ ਨਹੀਂ ਕਰ ਰਹੇ ਕਿ ਇਸ ਸੈਸ਼ਨ ਦੇ ਵਿੱਚ ਕੀ ਬਜਟ ਰਿਲੇਟਡ ਕੋਈ ਕੰਮ ਹੋਇਆ ਸੀਗਾ। ਹੁਣ ਗੱਲ ਕਰੀਏ ਉਹ ਪ੍ਰਤਾਪ ਸਿੰਘ ਬਾਜਵਾ ਵਾਲੀ ਗੱਲ। ਹੁਣ ਮੁੱਖ ਮੰਤਰੀ ਉਹਨਾਂ ਨੂੰ ਕੱਲ ਸਮਾਗਮ ਦੇ ਵਿੱਚ ਪੁੱਛ ਲਿਆ, ਪ੍ਰਤਾਪ ਸਿੰਘ ਬਾਜਵਾ ਉਹਨਾਂ ਕਹਿੰਦੇ ਨੇ
ਕਿ ਅਸੀਂ ਵਿਰੋਧੀ ਧਿਰ ਦੇ ਵਿੱਚ ਹੀ ਹੈਗਾ, ਸਾਡਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰੀਕੇ ਦਾ ਅਲਾਈਅੰਸ ਨਹੀਂ। ਹਾਲਾਂਕਿ ਬਹੁਤਾ ਮੁੱਖ ਮੰਤਰੀ ਨੇ ਕਿਹਾ ਤੇ ਨਹੀਂ, ਉਹ ਕਹਿੰਦੇ ਮੈਂ ਰੱਬ ਤੋਂ ਅਰਦਾਸ ਕਰਦਾ ਕਿ ਸਦਾ ਹੀ ਬਾਜਵਾ ਸਾਹਿਬ ਆਪੋਜੀਸ਼ਨ ਪਾਰਟੀ ਬਣ ਕੇ ਹੀ ਰਹਿਣ, ਆਪੋਜੀਸ਼ਨ ਹੀ 'ਚ ਹੀ ਰਹਿਣ। ਹੁਣ ਦੇਖੋ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਦੀ ਵੀ ਸੁਣਨੀ ਪੈ ਰਹੀ ਹੈ, ਉੱਥੇ ਮਜੀਠੀਆ ਸਾਹਿਬ ਨਹੀਂ ਛੱਡਦੇ, ਔਰ ਦੂਜੀ ਪਾਰਟੀਆਂ ਦੇ ਵਿੱਚੋਂ ਲਗਾਤਾਰ ਪ੍ਰਹਾਰ ਹੋ ਰਹੇ ਨੇ। ਔਰ ਹੁਣ ਪਤਾ ਨਹੀਂ ਆਏ ਕਿ ਨਹੀਂ, ਇਹ ਬਾਜਵਾ ਸਾਹਿਬ ਦਿੱਲੀ ਗਏ ਸੀ, ਲਾਸਟ ਉਹਨਾਂ ਦੀ ਖਬਰ ਆਈ ਸੀ ਕਿ ਰਾਜਾ ਵੜਿੰਗ ਸਾਹਿਬ ਆਪਣੀ ਗੱਡੀ ਦੇ ਵਿੱਚ ਔਰ ਪ੍ਰਤਾਪ ਸਿੰਘ ਬਾਜਵਾ ਆਪਣੀ ਗੱਡੀ ਦੇ ਵਿੱਚ ਖੜਗੇ ਸਾਹਿਬ ਨੂੰ ਮਿਲਣ ਗਏ ਸੀ। ਖੜਗੇ ਸਾਹਿਬ ਨਾਲ ਮੁਲਾਕਾਤ ਹੋਈ ਨਹੀਂ ਹੋਈ, ਗੱਲ ਬਣੀ ਨਹੀਂ ਬਣੀ, ਕਲੈਰਿਟੀ ਆਈ ਨਹੀਂ ਆਈ। ਬਿਨਾਂ ਕਲੈਰਿਟੀ ਤੋਂ ਪੰਜਾਬ ਬਾਜਵਾ ਸਾਹਿਬ ਤੇ ਰਾਜਾ ਵੜਿੰਗ ਉਹਨਾਂ ਕਿੱਦਾਂ ਆਣਗੇ ਔਰ ਪੰਜਾਬੀਆਂ ਨੂੰ ਆ ਕੇ ਕੀ ਕਹਿਣਗੇ? ਨਹੀਂ ਅਸੀਂ ਇਹਨਾਂ ਦੀ ਸ਼ਕਲ ਤੱਕ ਨਹੀਂ ਦੇਖਣਾ ਚਾਹੁੰਦੇ, ਜਾਂ ਫਿਰ ਉਸ ਟੋਨ ਦੇ ਵਿੱਚ ਕੋਈ ਫਰਕ ਆਏਗਾ? ਉਸ ਟੋਨ ਤੋਂ ਹੀ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਖੜਗੇ ਸਾਹਿਬ ਨੇ ਕੀ ਕਿਹਾ ਹੋਏਗਾ ਇਹਨਾਂ ਨੂੰ। ਹੁਣ ਦੇਖੋ ਇੰਤਜ਼ਾਰ ਹੈ ਕਦੋਂ ਬਾਜਵਾ ਸਾਹਿਬ ਇੱਥੇ ਆਉਂਦੇ। ਤੀਜੀ ਗੱਲ, ਹੁਣ ਗਵਰਨਰ ਸਾਹਿਬ ਦੀ ਗੱਲ ਕਰ ਰਹੇ ਤੇ ਗਵਰਨਰ ਸਾਹਿਬ ਨੇ ਆਪਣੀ ਚਿੱਠੀ ਦੇ ਵਿੱਚ ਕਿਹਾ ਸੀ ਜਿਹੜੇ ਪ੍ਰਿੰਸੀਪਲ ਤੁਸੀਂ ਸਿੰਗਾਪੁਰ ਭੇਜੀ ਜਾਂਦੇ ਹੋ ਉਹਨਾਂ ਦਾ ਕੋਈ ਕ੍ਰਾਈਟੇਰੀਆ ਦੱਸੋ ਵੀ ਕਿੱਦਾਂ ਸਿਲੈਕਸ਼ਨ ਹੋ ਰਹੀ ਹੈ। ਇਸ ਗੱਲ ਦਾ ਜਵਾਬ ਤੇ ਨਹੀਂ ਦਿੱਤਾ, 72 ਹੋਰ ਪੇਜ ਤੇ। ਹੁਣ ਐਦਾਂ ਦੀ ਗੱਲ ਦੇ ਉੱਤੇ ਉਹ ਬਜ਼ੁਰਗ ਗਵਰਨਰ ਸਾਹਿਬ, ਉਹਨਾਂ ਨੂੰ ਚਿੜ ਤੇ ਮੱਚਦੀ ਹੈ ਕਿ ਯਾਰ ਮੇਰੀ ਗੱਲਾਂ ਦਾ ਜਵਾਬ ਦਿੰਦੇ ਨਹੀਂ। ਮੈਂ ਤੇ ਇਹਨਾਂ ਦੀ ਇੱਕ ਗੱਲ ਦੇ ਉੱਤੇ ਇਹਨਾਂ ਦਾ ਹੈਲੀਕਾਪਟਰ ਵੀ ਯੂਜ਼ ਕਰਨਾ ਬੰਦ ਕਰਤਾ, ਪਰ ਉਹਨਾਂ ਗੱਲਾਂ ਦੇ ਉੱਤੇ ਇਹ ਮੈਨੂੰ ਕੋਈ ਜਵਾਬ ਕਿਉਂ ਨਹੀਂ ਦਿੰਦੇ? ਤਾਂ ਹੀ ਕਰਕੇ ਕਹਿ ਰਿਹਾ WWF ਦੀ ਲੱਗਦਾ ਕੌਣ ਥੱਲੇ, ਜਿੱਦਾਂ ਉਹ ਫਾਈਟ ਦੇ ਵਿੱਚ ਕਦੀ ਕੋਈ ਉੱਤੇ ਆ ਜਾਂਦਾ ਕਦੀ ਕੋਈ ਥੱਲੇ ਆ ਜਾਂਦਾ, ਐਦਾਂ ਦੀ ਹੀ ਗਵਰਨਰ ਸਾਹਿਬ ਦੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਦੀ ਲੜਾਈ ਚੱਲ ਰਹੀ। ਵੈਸੇ ਆਪਾਂ ਹੁਣ ਚਲੋ ਜੇ ਇਸ ਵੇਲੇ ਇਸ ਗੱਲ ਨੂੰ ਨਾ ਵੀ ਅੱਗੇ ਵਧਾਈਏ, ਇੰਦਰਪ੍ਰੀਤ ਜੀ ਇਸੇ ਵੇਲੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵਾਂ ਚੈਨਲ ਸ਼ੁਰੂ ਕਰਨ ਲਈ ਇਸ ਮੌਕੇ ਤੇ ਇਕੱਠ ਰੱਖਿਆ ਗਿਆ, ਸਮਾਗਮ ਹੋ ਰਿਹਾ, ਔਰ ਉਸ ਤੋਂ ਬਾਅਦ ਉਹ ਸਮਾਗਮ ਦੇ ਵਿੱਚ ਅੱਗੇ ਕੀ ਆਉਂਦਾ ਉਹ ਤੋਂ ਬਾਅਦ ਚ ਗੱਲ ਕਰਾਂਗੇ। ਉੱਥੇ ਕਿਹੜੀ ਕੋਈ ਸਪੀਚਸ ਹੁੰਦੀਆਂ ਨੇ, ਕੀ ਕਿਹਾ ਜਾਂਦਾ ਹੈ, ਕਿਵੇਂ ਅੱਗੇ ਵਧਣਾ ਹੈ। ਪਰ ਵੈਸੇ ਅੱਜ ਵਿਧੀ ਵਿਧਾਨ ਨਾਲ YouTube ਚੈਨਲ ਸ਼ੁਰੂ ਹੋ ਜਾਊਗਾ। ਮੁੱਖ ਮੰਤਰੀ ਇਹਦੇ ਉੱਤੇ ਵੀ ਆਪਣੀ ਗੱਲ ਕੱਲ ਰੱਖ ਰਹੇ ਸੀਗੇ, ਵਿਵਾਦ ਇਹ ਵੀ ਕਾਫੀ ਵੱਡਾ ਹੋ ਰਿਹਾ ਤੇ ਬਹੁਤ ਸੰਖੇਪ ਚ ਗੱਲ ਕਰਿਓ, ਫਿਰ ਮੈਂ ਅੱਗੇ ਢੀਂਡਸਾ ਸਾਹਿਬ ਵਾਲੀ ਗੱਲ ਆਪਾਂ ਲੈਣੇ ਆ ਨਾਲ। ਬਿਲਕੁਲ ਰੰਧਾਵਾ ਸਾਹਿਬ, ਆਪਣੇ ਸ਼ੁਰੂ ਤੋਂ ਹੀ ਇਹ ਮੈਂ ਕੱਲ ਵੀ ਇਹ ਕਿਹਾ ਸੀ ਵੀ ਇਹ ਜ਼ਿਆਦਾ ਹਸਤਕਸ਼ੇਪ ਹੈ। ਜਦੋਂ ਤੁਸੀਂ ਬਾਰ-ਬਾਰ ਦੇਖੋ, ਸਰਕਾਰ ਦਾ ਕੰਮ ਸੀਗਾ ਕਿ ਉਹਨੇ ਇੱਕ ਅਗਰ ਵੈਸੇ ਤਾਂ ਉਹ ਵੀ ਕੰਮ ਉਹਨਾਂ ਦਾ ਹੈ ਨਹੀਂ ਸੀ, ਜਿਹੜਾ ਉਹਨਾਂ ਨੇ ਬਿੱਲ ਪਾਸ ਕੀਤਾ ਉਹ ਉਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਸੀਗਾ। ਪਰ ਚਲੋ ਜਦੋਂ ਅਸੀਂ ਇਹ ਸਰਕਾਰ ਵਾਲੀ ਸਾਈਡ ਤੋਂ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਇਹ ਕਮੇਟੀ ਹੈ, ਇਹ ਇਸ ਦਾ ਗਠਨ ਹੀ ਜਿਹੜਾ ਹੈ ਇੱਕ ਐਕਟ ਪਾਸ ਹੋ ਕੇ ਹੋਇਆ ਹੈ, ਤਾਂ ਉਹ ਉਸ ਐਕਟ ਦੇ ਵਿੱਚ ਸੰਸ਼ੋਧਨ ਕਰਨਾ ਜਾਂ ਨਹੀਂ ਕਰਨਾ, ਕਿਵੇਂ ਕਰਨਾ, ਇਹ ਸਾਰਾ ਵੀ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਹੈ। ਅਗਰ ਅਸੀਂ ਉਸ ਨੂੰ ਵੀ ਇਹ ਠੀਕ ਮੰਨ ਲਿਆ ਜਾਏ ਤਾਂ ਫਿਰ ਮੈਨੂੰ ਲੱਗਦਾ ਕਿ ਜਿਹੜਾ ਸੰਸ਼ੋਧਨ ਉਹਨਾਂ ਨੇ ਕੀਤਾ ਉਹ ਸਾਰੀ ਲੜਾਈ ਤਾਂ ਹੁਣ ਗਵਰਨਰ ਹਾਊਸ ਤੱਕ ਹੈ, ਉੱਥੋਂ ਹਜੇ ਤੱਕ ਵਾਪਿਸ ਨਹੀਂ ਹੈ। ਬਾਰ-ਬਾਰ ਇਸ ਚੀਜ਼ ਉੱਤੇ ਉਹ ਅੱਛਾ ਆ ਵੀ ਜਾਏ ਤਾਂ ਵੀ ਕੀ ਹੈ ਉਹਦੇ ਚ ਹੈ ਵੀ SGPC ਇਹ ਕਰੇ, ਯਾਨੀ ਕਿ ਇਹ ਸਾਰਾ ਰਾਈਟ SGPC ਕੋਲ ਹੀ ਹੈ ਕਿ ਉਹਨੇ ਇਹਨੂੰ ਦੇਣਾ ਕਿ ਨਹੀਂ ਦੇਣਾ। ਮੰਨ ਲਓ SGPC ਨਹੀਂ ਕਰਦੀ, ਫਿਰ ਤੁਸੀਂ ਇਹਦੇ ਵਿੱਚ ਇਹ ਐਕਟ ਦੇ ਵਿੱਚ ਪੂਰਾ ਕੋਈ ਹੋਰ ਖੁਲਾਸਾ ਨਹੀਂ ਹੈ ਕਿ ਅਗਰ ਉਹ SGPC ਨਹੀਂ ਦਿੰਦੀ ਤਾਂ ਫਿਰ ਸਰਕਾਰ ਕੀ ਕਰੇਗੀ? ਕੀ ਸਰਕਾਰ ਖੁਦ ਜਾ ਕੇ ਉੱਤੇ ਇੰਟਰਫੇਅਰ ਕਰੇਗੀ? ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਉੱਤੇ ਹਜੇ ਕਲੈਰਿਟੀਆਂ ਹੋਣੀ ਬਾਕੀ ਨੇ। ਸਿਰਫ ਔਰ ਸਿਰਫ ਪੋਲਿਟਿਕਸ ਦੇ ਨਾਂ ਤੇ ਅਗਰ ਆਪਾਂ ਇਸ ਚੀਜ਼ ਨੂੰ ਖੇਡੀ ਜਾਵਾਂਗੇ ਤਾਂ ਮੈਨੂੰ ਲੱਗਦਾ ਕਿ ਇਹ ਇਸ ਤਰ੍ਹਾਂ ਜਾਪੇਗਾ ਕਿ ਜਿਸ ਤਰ੍ਹਾਂ ਅਸੀਂ ਹਸਤਕਸ਼ੇਪ ਕਰ ਰਹੇ ਹੁੰਦੇ ਹਾਂ। ਹੁਣ ਸਰਕਾਰ ਦਾ ਕੰਮ ਹੋ ਚੁੱਕਿਆ, ਸਰਕਾਰ ਨੇ ਇੱਕ ਚੀਜ਼ ਮਤਲਬ ਲੋਕਾਂ ਦੇ ਵਿੱਚ ਲੈ ਕੇ ਆਣੀ ਸੀ, ਉਹ ਸੀ ਵੀ ਕਿਉਂ ਇੱਕੋ ਹੀ ਚੈਨਲ ਨੂੰ ਸਾਰੇ ਅਧਿਕਾਰ ਦਿੱਤੇ ਜਾ ਰਹੇ ਨੇ, ਸਾਰਿਆਂ ਨੂੰ ਕਿਉਂ ਨਹੀਂ ਦਿੱਤੇ ਜਾ ਰਹੇ। ਇਹ ਗੱਲ ਸਭ ਦੇ ਵਿੱਚ ਆ ਚੁੱਕੀ ਹੈ ਔਰ ਬੈਠ ਵੀ ਚੁੱਕੀ ਹੈ। ਲੋਕ ਇਸ ਗੱਲ ਨੂੰ ਮੰਨਣ ਵੀ ਲੱਗ ਗਏ ਕਿ ਹਾਂ ਇੱਕੋ ਚੈਨਲ ਦਾ ਰਾਈਟ ਕਿਉਂ ਹੋਏ, ਸਾਰਿਆਂ ਦਾ ਕਿਉਂ ਨਾ ਹੋਏ। ਸੋ ਜੇ ਗੁਰਬਾਣੀ ਨੂੰ ਘਰ ਘਰ ਤੱਕ ਪਹੁੰਚਾਉਣਾ ਤਾਂ ਸਾਰਿਆਂ ਨੂੰ ਰਾਈਟ ਦੇ ਦਿਓ, ਸਾਰੇ ਕਰਨ। ਪਰ ਸਵਾਲ ਉੱਥੇ ਹੀ ਫਿਰ ਆਣਗੇ ਕਿ ਜੇ ਉਹ ਰੂਲਸ ਵਾਇਲੇਟ ਕਰਨਗੇ ਤਾਂ ਉਹਨਾਂ ਨੂੰ ਜਾਬਤੇ 'ਚ ਰੱਖਣ ਲਈ ਕਿਹੜੀ ਕਮੇਟੀ ਹੋਊਗੀ। ਇਹ ਸਾਰੀਆਂ ਚੀਜ਼ਾਂ ਹਜੇ ਵੀ ਹੈਗੀਆਂ ਨੇ। ਪਰ ਜਿਵੇਂ ਮਤਲਬ ਮੈਂ ਬਾਰ-ਬਾਰ ਕਹਿ ਰਿਹਾ ਵੀ ਚੀਫ ਮਿਨਿਸਟਰ ਹਰ ਵਾਰੀ ਇਹ ਕਹਿ ਦਿੰਦੇ ਆ ਕਿ ਇੱਕੋ ਚੈਨਲ ਨੂੰ ਕਿਉਂ, ਕੱਲ SGPC ਕਰ ਸਕਦੀ ਸੀ ਕੰਮ, ਆਪਾਂ ਕੱਲ ਡਿਸਕਸ ਕੀਤਾ ਸੀ ਇਸ ਦੇ ਉੱਤੇ ਕਿ ਕੱਲ ਉਹਨਾਂ ਕੋਲ ਇੱਕ ਮੌਕਾ ਸੀ, ਉਹ ਕਹਿ ਸਕਦੇ ਸੀ ਵੀ PTC ਤੋਂ ਇਲਾਵਾ ਵੀ ਅਸੀਂ ਫੀਡ ਦੇ ਦਿੰਦੇ ਹਾਂ, ਬਾਹਰ ਜਿਹਨੇ ਲੈਣੀਆਂ ਲੈ ਲਓ। PTC ਵੀ ਕਰੇ ਤਾਂ PTC ਤਾਂ ਹੈ ਹੀ ਹੈ, ਹੁਣ ਸਾਰੇ ਜਦੋਂ ਕਹਿ ਰਹੇ ਤਾਂ PTC ਖੁਦ ਹੀ ਸ਼ਾਮਲ ਹੈ ਉਹਦੇ ਵਿੱਚ, ਤਾਂ ਮੈਨੂੰ ਲੱਗਦਾ ਕਿ ਇਹ ਜ਼ਿਆਦਾ ਵਧੀਆ ਗੱਲ ਹੁੰਦੀ SGPC ਦੇ ਪਾਰਟ ਤੋਂ। ਪਰ ਉਹਨਾਂ ਨੇ ਵੀ ਇਹ ਕੀਤਾ ਨਹੀਂ, ਜਿਹਦੇ ਕਰਕੇ ਮਤਲਬ ਇਹ ਮਾਮਲਾ ਜਿਹੜਾ ਹੈਗਾ ਦੋਨੋਂ ਤਰਫ ਤੋਂ, ਮੈਂ ਕਹਿੰਦਾ ਦੋਨੋਂ ਤਰਫ ਤੋਂ ਉਲਝਾਇਆ ਜਾ ਰਿਹਾ। ਹਾਂ, ਇਹਦੇ ਚ ਅਕਾਲੀ ਪੋਲਿਟਿਕਸ ਵੀ ਪੂਰੀ ਤਰ੍ਹਾਂ ਐਕਸਪੋਜ਼ ਹੋ ਰਹੀ ਹੈ
ਸਾਰਾ ਹਰਫ ਅਕਾਲੀ ਪੋਲਿਟਿਕਸ ਤੇ ਆ ਰਿਹਾ। ਸਾਰੇ ਜਾਣਦੇ ਨੇ ਕਿ ਕੋਈ ਵੀ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਹੋਵੇ, ਉਹ ਸੁਖਬੀਰ ਸਿੰਘ ਬਾਦਲ ਤੋਂ ਮਤਲਬ ਬਤੌਰ ਪ੍ਰਧਾਨ ਅਕਾਲੀ ਦਲ ਉਹ ਬਾਹਰ ਨਹੀਂ ਹੈ, ਔਰ ਫੈਸਲੇ ਅਕਾਲੀ ਦਲ ਦੀ ਲੀਡਰਸ਼ਿਪ ਕਰਦੀ ਰਹੀ ਹੈ, ਕਿਹਨੂੰ ਲਾਉਣਾ ਕਿਹਨੂੰ ਹਟਾਉਣਾ, ਔਰ ਅਹਿਮ ਮੌਕਿਆਂ ਦੇ ਉੱਤੇ ਉਹਨਾਂ ਦੀ ਦਖਲਅੰਦਾਜ਼ੀ ਦਿਸੇ ਨਾ ਵੀ, ਪਰ ਦਖਲਅੰਦਾਜ਼ੀ ਅਦਿੱਖ ਰੂਪ ਚ ਮੰਨੀ ਜਾਂਦੀ ਹੈ, ਇਹ ਪਰਸੈਪਸ਼ਨ। ਹੁਣ ਸਵਾਲ ਇਸ ਗੱਲ ਦਾ ਹੈ ਕਿ ਜੇ ਕੋਈ ਆਪਣੇ ਆਪ ਹੀ ਉਹਨਾਂ ਲੀਹਾਂ ਤੇ ਚੱਲਣਾ ਚਾਹੁੰਦਾ, ਜਿਹਨਾਂ ਲੀਹਾਂ ਦੇ ਉੱਤੇ ਲੋਕ ਉਹਨੂੰ ਪਸੰਦ ਨਹੀਂ ਕਰਦੇ, ਤਾਂ ਫਿਰ ਇਹ ਤਾਂ ਉਹਦੀ ਮਰਜ਼ੀ ਹੈ ਕਿ ਉਹਨੇ ਆਪਣੀ ਸਰਵਾਈਵਲ ਲਈ, ਆਪਣੀ ਸੱਤਾ ਦੇ ਵਿੱਚ ਮੁੜਨ ਲਈ ਜਿਹੜੀ ਉਹਦੀ ਖਾਹਿਸ਼ ਆ, ਖੇਤਰੀ ਪਾਰਟੀ ਵਜੋਂ ਲੋਕਾਂ ਦਾ ਨੁਮਾਇੰਦਾ ਹੋਣ ਦੀ ਜਿਹੜੀ ਜਾਮਨੀ ਆ ਜ਼ਿੰਮੇਵਾਰੀ ਆ, ਉਹ ਨਿਭਾਉਣੀ ਹੈ ਕਿ ਨਹੀਂ ਨਿਭਾਉਣੀ, ਇਹ ਤਾਂ ਉਹਦਾ ਵੀ ਹੈ। ਸੋ ਮੁੱਖ ਮੰਤਰੀ ਵੀ ਜਿੱਥੇ ਲੋੜੋਂ ਵੱਧ ਅੱਗੇ ਵੱਧ ਰਿਹਾ, ਉੱਥੇ ਅਕਾਲੀ ਦਲ ਵੀ ਐਕਸਪੋਜ਼ ਹੋ ਰਿਹਾ ਬਾਰ-ਬਾਰ। ਹੁਣ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ, ਹੁਣ ਮੈਂ ਇੱਥੋਂ ਜਦੋਂ ਰਾਜਨੀਤੀ ਨੂੰ ਦੇਖਦੇ ਆ ਨਾ, ਮਤਲਬ ਇਸ ਵੇਲੇ ਸ਼੍ਰੋਮਣੀ ਕਮੇਟੀ ਕਟਹਿਰੇ 'ਚ ਨਹੀਂ ਹੈ, ਅਕਾਲੀ ਪੋਲਿਟਿਕਸ ਕਟਹਿਰੇ 'ਚ ਆ। ਪਰ ਅਕਾਲੀ ਪੋਲਿਟਿਕਸ ਉਸ ਵੇਲੇ ਹੋਰ ਵੀ ਵੱਡੇ ਕੈਨਵਸ ਤੇ ਚਲੇ ਜਾਂਦੀ ਹੈ ਜਦੋਂ ਪ੍ਰਧਾਨ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮਰਹੂਮ ਦੇ ਵਾਰਸ ਵਜੋਂ ਸੁਖਦੇਵ ਸਿੰਘ ਢੀਂਡਸਾ ਦਾ ਨਾਂ ਲੈ ਲੈਂਦੇ ਆ। ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਉਹਨਾਂ ਦੇ ਉੱਤੇ ਟੁੱਟ ਕੇ ਪੈ ਜਾਂਦੇ ਆ ਵੀ ਇਹ ਕਿੱਦਾਂ ਸੰਭਵ ਹੈ, ਇਹ ਤਾਂ ਗਦਾਰ ਨੇ, ਭਗੌੜੇ ਨੇ, ਛੱਡ ਕੇ ਜਾਣ ਵਾਲੇ ਆ, ਬਾਦਲ ਸਾਹਿਬ ਤੇ ਪਾਰਟੀ ਨੂੰ ਮਾਂ ਮੰਨਦੇ ਸੀਗੇ, ਉਹ ਸਾਰੀਆਂ ਗੱਲਾਂ ਹੋ ਰਹੀਆਂ ਸੀ। ਉਸੇ ਵੇਲੇ ਢੀਂਡਸਾ ਦੇ ਦੁਆਲੇ ਪੁਰਾਣੇ ਸਾਰੇ ਗੁੱਟ ਇਕੱਠੇ ਹੋਣੇ ਸ਼ੁਰੂ ਹੋ ਗਏ। ਕੱਲ ਇੱਕ ਵੱਡੀ ਮੀਟਿੰਗ ਦੀ ਤਸਵੀਰ ਮੈਂ ਦੇਖ ਰਿਹਾ ਸੀਗਾ, ਹਾਲਾਂਕਿ ਇਹਨੂੰ ਵਿਸਥਾਰ ਦੇ ਵਿੱਚ ਦਿਨ ਵੇਲੇ ਚਰਚਾ 'ਚ ਲਿਆਵਾਂਗੇ ਕਿ ਢੀਂਡਸਾ ਵੱਲੋਂ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਆ, ਇਹਦੇ ਵਿੱਚ ਹੋਰ ਅਕਾਲੀ ਵੀ ਆਉਣਗੇ ਜਾਂ ਇਸ ਸਰੂਪ ਨਾਲ ਹੀ ਉਹ ਸ਼੍ਰੋਮਣੀ ਕਮੇਟੀ ਜਾਂ ਪੰਥਕ ਸਭਾ 'ਚ ਪ੍ਰਵਾਨ ਹੋ ਸਕਣਗੇ। ਇਹਦੇ ਵਿੱਚ ਸਰਦਾਰ ਹਮੀਰ ਸਿੰਘ, ਸਰਦਾਰ ਜਗਤਾਰ ਸਿੰਘ ਜੀ ਨੂੰ ਕਵਾਂਗੇ ਕਿ ਉਹ ਇਹਦੇ ਵਿੱਚ ਤੱਥਾਂ ਨਾਲ ਪੇਸ਼ ਹੋਣ, ਇਤਿਹਾਸ ਸਾਰਾ। ਪਰ ਮੈਂ ਇੰਦਰਪ੍ਰੀਤ ਜੀ ਇਹਦੀ ਸਾਰਥਿਕਤਾ ਤੁਹਾਡੇ ਕੋਲ ਸਮਝਣਾ ਚਾਹੁੰਦਾ ਕਿ ਅਕਾਲੀ ਦਲ ਜਿੱਥੇ ਲਗਭਗ ਲੋਕਾਂ ਦੀ ਨਜ਼ਰ ਦੇ ਵਿੱਚ, ਲੋਕ ਪਰਸੈਪਸ਼ਨ 'ਚ ਗਲਤੀ ਤੇ ਗਲਤੀ ਕਰ ਰਿਹਾ ਜੋ ਲੋਕ ਕਹਿ ਰਹੇ ਆ, ਤੇ ਉਸ ਵੇਲੇ ਢੀਂਡਸਾ ਦਾ ਇਸ ਤਰ੍ਹਾਂ ਅੱਗੇ ਵਧਣਾ, ਉਹਨਾਂ ਦੇ ਦੁਆਲੇ ਗਰੁੱਪਾਂ ਦਾ ਇਕੱਠੇ ਹੋਣਾ, ਇਹਨੂੰ ਕਿਵੇਂ ਲਈਏ? ਰੰਧਾਵਾ ਸਾਹਿਬ ਦੇਖੋ, ਮੈਨੂੰ ਇਹ ਲੱਗਦਾ ਵੀ ਜਿਹੜੀ ਐਨਡੀਏ ਦੀ ਮੀਟਿੰਗ ਦੇ ਵਿੱਚ ਇੱਕ ਤਰ੍ਹਾਂ ਨਾਲ ਸੇਂਧਮਾਰੀ ਕਰਨ ਦੀ ਨਜ਼ਰੀਏ ਨਾਲ, ਜਿਹੜਾ ਅਕਾਲੀ ਦਲ ਦੇ ਵਿੱਚ ਸੇਂਧਮਾਰੀ ਕਰਨ ਦੇ ਨਜ਼ਰੀਏ ਨਾਲ ਜਿਹੜਾ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਕਾਲ ਕੀਤਾ ਗਿਆ ਹੈ, ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਇਹ ਚਾਹੁੰਦੀ ਹੈ ਕਿ ਸਾਡੇ ਕੋਲੇ ਅਕਾਲੀ ਵੋਟ ਪੋਲਿਟਿਕਸ ਕਰਨ ਵਾਲਾ ਕੋਈ ਬੰਦਾ ਤਾਂ ਹੋਏ, ਪਰ ਸੁਖਬੀਰ ਬਾਦਲ ਨਾ ਹੋਵੇ। ਉਹ ਸੁਖਬੀਰ ਬਾਦਲ ਨੂੰ ਨਹੀਂ ਲੈਣਾ ਚਾਹੁੰਦਾ। ਪਹਿਲਾਂ ਵੀ ਅਸੀਂ ਇਸ ਗੱਲ ਤੇ ਡਿਸਕਸ ਕੀਤੀ ਸੀਗੀ ਕਿ ਬੀਜੇਪੀ ਨੇ ਸ਼ਰਤਾਂ ਰੱਖੀਆਂ ਨੇ ਕਿ ਉਹ ਕਿਹਾ ਜਾ ਰਿਹਾ, ਮੈਂ ਆਪਣੇ ਕੋਲੋਂ ਨਹੀਂ ਕਰ ਰਿਹਾ, ਨਾ ਹੀ ਮੈਂ ਇਹਦੀ ਕੋਈ ਪੁਸ਼ਟੀ ਕਰ ਰਿਹਾ, ਲੇਕਿਨ ਜੋ ਅਖਬਾਰਾਂ ਦੇ ਵਿੱਚ ਛਪੀਆਂ ਖਬਰਾਂ ਨੇ ਮੈਂ ਉਹਦੇ ਆਧਾਰ ਤੇ ਕਹਿ ਰਿਹਾ ਕਿ ਇਹ ਗੱਲਾਂ ਚੱਲ ਰਹੀਆਂ ਨੇ ਕਿ ਸੁਖਬੀਰ ਬਾਦਲ ਤੋਂ ਬਿਨਾਂ ਵਾਲੇ ਅਕਾਲੀ ਦਲ ਨਾਲ ਬੀਜੇਪੀ ਸਮਝੌਤਾ ਕਰਨਾ ਚਾਹੁੰਦੀ ਹੈ। ਉਹਨਾਂ ਨੇ ਕਿਹਾ ਵੀ ਚੰਦੂਮਾਜਰਾ ਸਾਹਿਬ ਨੂੰ ਬਣਾ ਦਿਓ ਪ੍ਰਧਾਨ, ਜਾਂ ਮਤਲਬ ਸਾਨੂੰ ਸੀਟਾਂ ਵਧਾਓ, ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਚੱਲ ਰਹੀਆਂ ਨੇ। ਉਸ ਦੇ ਦੌਰਾਨ ਜੇ ਉਹ ਨਹੀਂ ਹੋ ਰਿਹਾ ਤਾਂ ਮਤਲਬ ਮੰਨ ਲਓ ਸੁਖਬੀਰ ਬਾਦਲ ਨਹੀਂ ਛੱਡਦੇ ਤਾਂ ਫਿਰ ਇਹ ਚੱਲ ਰਿਹਾ ਕਿ ਬਈ ਅਕਾਲੀ ਦਲ ਦੇ ਵਿੱਚ ਇੱਕ ਵੱਡੀ ਸੇਂਧ ਹੀ ਲਗਾਤੀ ਜਾਏ, ਤਾਂ ਕਿ ਉਹ ਸੇਂਧ ਦੇ ਵਿੱਚ ਜਿਹੜੇ ਚੰਗੇ ਲੀਡਰ ਹੈਗੇ ਨੇ, ਜਿਹੜੇ ਕਾਂਗਰਸ ਜਾਂ ਆਮ ਆਦਮੀ ਪਾਰਟੀ 'ਚ ਨਹੀਂ ਜਾਣਾ ਚਾਹੁੰਦੇ ਪਰ ਉਹ ਪੰਥਕ ਪਾਰਟੀ ਨਾਲ ਤਾਂ ਰਹਿਣਾ ਚਾਹੁੰਦੇ ਆ, ਉਹ ਸਾਡੇ ਸੁਖਦੇਵ ਸਿੰਘ ਢੀਂਡਸਾ ਨਾਲ ਆ ਜਾਣ। ਸੋ ਉਹ ਥਾਪੜਾ ਜਿਹੜਾ ਮਿਲਿਆ ਉਸ ਨੂੰ ਲੈ ਕੇ ਤੁਰੰਤ ਜਿਹੜਾ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਕੱਲ ਮੀਟਿੰਗ ਬੁਲਾਈ ਹੈ, ਸਾਰੀਆਂ ਭਾਈ ਰਣਜੀਤ ਸਿੰਘ ਹੋਰਾਂ ਨੂੰ ਵੀ ਬੁਲਾਇਆ ਸੀ ਪਰ ਉਹ ਆਏ ਨਹੀਂ। ਉਹਨਾਂ ਨੇ ਕਿਹਾ ਵੀ ਮੇਰੀ ਪਿੱਠ 'ਚ ਦਰਦ ਹੋ ਰਿਹਾ, ਤਾਂ ਉਹਨਾਂ ਨੇ ਆਪਣੇ ਨੁਮਾਇੰਦੇ ਭੇਜੇ ਸੀਗੇ। ਤੇ ਇਸੇ ਤਰ੍ਹਾਂ ਹੀ ਫਾਰਮਰ ਜਿਹੜੇ ਸਪੀਕਰ ਹੈਗੇ ਆ ਰਵਿੰਦਰ ਸਿੰਘ, ਅੰਬੈਸਡਰ ਜਿਹੜੇ ਹੈ ਕੇਸੀ ਸਿੰਘ, ਹੋਰ ਕਈ ਜਿਹੜੇ ਮਤਲਬ ਡੇਰਿਆਂ ਦੇ ਸੰਤ ਨੇ ਉਹ ਵੀ ਸੀਗੇ। ਹਾਂਜੀ, ਉਹਨਾਂ ਨੂੰ ਵੀ ਇਹਦੇ 'ਚ ਕਾਲ ਕੀਤਾ ਸੀ ਤੇ ਉਹ ਸਾਰੇ ਆਏ। ਤੇ ਉੱਥੇ ਇਹੀ ਹੋਇਆ ਕਿ ਪਹਿਲਾਂ ਆਪਾਂ ਸਾਰੇ ਏਕਾ ਕਰੋ ਤੇ ਏਕਾ ਕਰਕੇ ਆਪਾਂ ਵਧੋ, ਤੇ ਸ਼ਾਇਦ ਇੱਕ ਅੱਧ ਮੀਟਿੰਗ ਜਲਦੀ ਦੁਬਾਰਾ ਹੋਣ ਜਾ ਰਹੀ ਹੈ ਉਹਨਾਂ ਦੀ, ਜੋ ਕੱਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਸਾਨੂੰ ਦੱਸਿਆ ਸੀਗਾ ਕਿ ਜਲਦੀ ਅਸੀਂ ਕੋਈ ਇੱਕ ਕਮੇਟੀ ਬਣਾ ਕੇ ਫਿਰ ਇਹ ਜਿਹੜੇ ਜਿਸ ਸੀਨੀਅਰ ਲੀਡਰਸ ਹੋਣਗੇ ਸਾਡੇ ਸਾਰੇ ਪਾਰਟੀਆਂ ਦੇ, ਉਹਦੇ ਵਿੱਚ ਫਿਰ ਅਸੀਂ ਇੱਕ ਮਜ਼ਬੂਤ ਅਕਾਲੀ ਧਿਰ ਖੜੀ ਕਰਨਾ ਚਾਹੁੰਦੇ ਹਾਂ। ਇਹ ਜਿਹੜਾ ਉਹਨਾਂ ਦਾ ਜੋ ਮੈਨੂੰ ਲੱਗਿਆ ਉਹ ਜਲਦੀ ਹੀ ਇੱਕ ਮੀਟਿੰਗ ਬੁਲਾਈ ਜਾਏਗੀ, ਫਿਰ ਉਸ ਤੋਂ ਕਾਫੀ ਚੀਜ਼ਾਂ ਸਾਫ਼ ਹੋਣਗੀਆਂ। ਤੇ ਫਿਰ ਇਹ ਵੀ ਇਸ ਗੱਲ ਦੀ ਸੰਭਾਵਨਾ ਰਹੇਗੀ ਵੀ ਅਕਾਲੀ ਦਲ 'ਚ ਨਾਰਾਜ਼ ਨੇ ਜਿਹੜੇ ਬੰਦੇ, ਜਿਹੜੇ ਪਰ ਅਕਾਲੀ ਰਾਜਨੀਤੀ ਹੀ ਕਰਨਾ ਚਾਹੁੰਦੇ ਆ, ਉਹ ਸੁਖਬੀਰ ਬਾਦਲ ਨੂੰ ਛੋੜ ਕੇ ਕਿ ਇਹਨਾਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਨਾਲ ਆਉਂਦੇ ਆ ਕਿ ਨਹੀਂ ਆਉਂਦੇ। ਸੁਖਦੇਵ ਸਿੰਘ ਢੀਂਡਸਾ ਇਸ ਉਮਰ ਦੇ ਇਸ ਪੜਾਅ ਤੇ ਕਿੰਨੀ ਕੁ ਭੱਜ ਨੱਠ ਕਰ ਸਕਦੇ ਆ ਭਾਸਕਰ ਸਾਹਿਬ, ਕਿੰਨਾ ਕੁ ਰੋਲ ਪਲੇ ਕਰ ਸਕਦੇ ਆ, ਇਹ ਵੀ ਬਹੁਤ ਵੱਡਾ ਸਵਾਲ ਹੈ। ਕਿ ਬੀਬੀ ਜਗੀਰ ਕੌਰ ਤੋਂ ਬਿਨਾਂ
ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਨੂੰ ਹੀ ਤੁਸੀਂ ਏਜੰਡਾ ਬਣਾ ਕੇ ਜਾਣਾ ਤੇ ਤੁਸੀਂ ਕਿੰਨੇ ਕੁ ਕਾਮਯਾਬ ਹੋਵੋਗੇ। ਜਿਹੜੇ ਪੁਰਾਣੇ ਲੋਕ ਬਾਰ-ਬਾਰ ਟਾਈਮ ਟੈਸਟਡ ਨੇ ਉਹ ਕਿੰਨੇ ਕੁ ਕਾਮਯਾਬ ਹੋ ਸਕਣਗੇ। ਉਹਨਾਂ ਦੇ ਵਿੱਚੋਂ ਕੋਈ ਐਸਾ ਅਗਰੈਸਿਵ ਚਿਹਰਾ ਕੱਲ ਨਜ਼ਰ ਨਹੀਂ ਸੀ ਆ ਰਿਹਾ ਜਿਨ੍ਹਾਂ ਦੇ ਮਗਰ ਮਾਸਸ ਹੋਵੇ, ਲੋਕ ਜਿਨ੍ਹਾਂ ਦੀ ਅਪੀਲ ਹੋਵੇ, ਜਿਨ੍ਹਾਂ ਦੇ ਪਿੱਛੇ ਲੋਕ ਲੱਗ ਸਕਣ। ਸੋ ਇਹ ਵੀ ਅਹਿਮ ਸਵਾਲ ਆ। ਉਸ ਵੇਲੇ ਜਦੋਂ ਸਮਾਨੰਤਰ ਭਾਸਕਰ ਸਾਹਿਬ ਇਸਤਰੀ ਅਕਾਲੀ ਦਲ ਬਾਦਲ ਪੂਰੇ ਦਾ ਪੂਰਾ ਲਗਭਗ ਛੱਡ ਗਿਆ, ਅਸਤੀਫੇ ਹੋ ਰਹੇ ਆ, ਹਰ ਦਿਨ 5-4 ਅਸਤੀਫਿਆਂ ਦੀ ਅਖਬਾਰ ਦੇ ਵਿੱਚ ਮੈਂ ਦੇਖ ਰਿਹਾ ਫਹਿਰਿਸਤ, ਔਰ ਲਗਭਗ ਵੱਡਾ ਚੰਕ ਜਿਹੜਾ ਉਹ ਛੱਡ ਕੇ ਜਾ ਚੁੱਕਿਆ। ਉਸ ਵੇਲੇ ਇਹ ਵੇਖਣਾ ਬਣਦਾ ਹੈ ਕਿ ਇਸ ਧਾਰਾ ਦੇ ਵਿੱਚੋਂ ਕੌਣ-ਕੌਣ ਲੋਕ ਕਿਹਨੂੰ ਮੰਨਣ ਲਈ ਤਿਆਰ ਆ। ਅਕਾਲੀ ਦਲ ਦੋਸ਼ ਲਾ ਰਿਹਾ ਸੀਗਾ ਕਿ ਬੀਬੀ ਜਗੀਰ ਕੌਰ ਉਕਸਾ ਰਹੇ ਆ ਪਹਿਲਾਂ ਜਾਂ ਬਾਕੀ ਚੀਜ਼ਾਂ। ਇਹਦਾ ਮਤਲਬ ਹੈ ਕਿ ਇੱਕ ਧਿਰ ਉਹ ਆ ਜਿਹੜੀ ਮੇਨ ਅਕਾਲੀ ਦਲ ਦੇ ਵਿੱਚੋਂ ਹੀ ਵੱਖਰੀ ਧਾਰਾ 'ਚ ਬਹਿਣਾ ਚਾਹੁੰਦੀ ਆ। ਉਹ ਸੁਖਦੇਵ ਸਿੰਘ ਢੀਂਡਸਾ ਵਾਲੀ ਧਿਰ ਨਹੀਂ ਜੋ ਮੈਨੂੰ ਇਸ ਵੇਲੇ ਲੱਗ ਰਿਹਾ। ਸੋ ਇਹ ਸੁਖਦੇਵ ਸਿੰਘ ਢੀਂਡਸਾ ਪ੍ਰਵਾਨ ਕਰਨਾ ਚਾਹੁੰਗੇ ਇਹਨਾਂ ਮਾਮਲਿਆਂ 'ਚ ਕਿ ਬਾਕੀਆਂ ਨੂੰ ਕਲਾਵੇ 'ਚ ਲਿਆ ਜਾਵੇ ਔਰ ਲੀਡਰਸ਼ਿਪ ਦਾ ਸੰਗਠਨ ਨਾ ਬਣਾਇਆ ਜਾਵੇ। ਜਿੱਦਾਂ ਹੁਣ ਮੋਦੀ ਦੇ ਖਿਲਾਫ ਜਿਹੜਾ ਧੜਾ ਬਣਿਆ, ਉਹਨਾਂ ਸਾਰਿਆਂ ਨੇ ਕਹਿਤਾ ਵੀ ਸਾਡਾ ਕੋਈ, ਕਾਂਗਰਸ ਨੇ ਸਾਫ਼ ਕੀਤਾ ਕਿ ਸਾਡੀ ਖਾਹਿਸ਼ ਪ੍ਰਧਾਨ ਮੰਤਰੀ ਦੇ ਅਹੁਦੇ ਵਾਲੀ ਕੋਈ ਨਹੀਂ, ਸਾਡਾ ਕੋਈ ਉਮੀਦਵਾਰ ਨਹੀਂ। ਇਸੇ ਤਰ੍ਹਾਂ ਨਤੀਸ਼ ਕੁਮਾਰ ਤੇ ਮਮਤਾ ਬੈਨਰਜੀ ਨੇ ਵੀ ਕਿਹਾ ਵੀ ਕਨਵੀਨਰ ਬਣਨ ਦੀ ਜਾਂ ਅਹੁਦੇ ਦੀ ਕੋਈ ਭੁੱਖ ਨਹੀਂ। ਸਭ ਨੇ ਪਹਿਲਾਂ ਕਿਹਾ ਕਿ ਹੋਣ ਦੀ ਲੜਾਈ ਹੈ, ਪਹਿਲਾਂ ਛੱਡੋ ਆਪਣਾ ਆਪ। ਕੀ ਇਹ ਢੀਂਡਸੇ ਵਾਲਾ ਗਰੁੱਪ ਇਸ ਤਰ੍ਹਾਂ ਦੀ ਅਪਰੋਚ ਰੱਖ ਪਾਊਗਾ? ਅਕਾਲੀ ਦਲ ਬਾਦਲ ਦੇ ਵਿੱਚ ਬੀਬੀ ਹਰਗੋਬਿੰਦ ਕੌਰ ਨੂੰ ਕੱਲ ਉਹ ਮੱਥਾ ਟੇਕਣ ਵੀ ਗਏ ਸੀ ਦਰਬਾਰ ਸਾਹਿਬ, ਉਹਦੇ ਵਿੱਚ ਵੀ ਉਸ ਵੇਲੇ ਬਹੁਤ ਵੱਡੀ ਲੀਡਰਸ਼ਿਪ ਨਜ਼ਰ ਨਹੀਂ ਆ ਰਹੀ। ਸੋ ਸਵਾਲ ਇਸ ਗੱਲ ਦਾ ਹੈ ਕਿ ਇਹ ਸਾਰੀਆਂ ਪਰਿਸਥਿਤੀਆਂ ਦੇ ਵਿੱਚ ਸਾਰੀਆਂ ਧਿਰਾਂ ਕੈਪਚਰ ਤਾਂ ਕਰਨਾ ਚਾਹੁੰਦੀਆਂ ਉਹ ਸਪੇਸ ਜਿਹੜੀ ਅਕਾਲੀ ਦਲ ਹੌਲੀ-ਹੌਲੀ ਖਾਲੀ ਕਰਦਾ ਜਾ ਰਿਹਾ, ਪਰ ਉਸੇ ਰੰਗ ਸਰੂਪ ਦੇ ਵਿੱਚ ਉਸੇ ਅਗਰੈਸ਼ਨ ਨਾਲ ਕੌਣ ਕਰ ਸਕੂਗਾ, ਇਹ ਅਜੇ ਸਵਾਲਾਂ ਦੇ ਘੇਰੇ 'ਚ ਹੈ। ਭਾਸਕਰ ਸਾਹਿਬ, ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਉਹਨਾਂ ਨੇ ਉਹ ਚਿਰਾਗ ਪਾਸਵਾਨ ਨੂੰ ਜੱਫੀ ਪਾਈ ਸੀ ਔਰ ਸੁਖਦੇਵ ਸਿੰਘ ਢੀਂਡਸਾ ਨੂੰ ਐਨਡੀਏ ਦੇ ਮੀਟਿੰਗ ਦੇ ਵਿੱਚ ਅਕਾਲੀ ਦਲ ਦਾ ਸਹੀ ਜਾਂ ਸੱਚਾ ਵਾਰਿਸ ਕਿਹਾ ਸੀਗਾ, ਉਸ ਤੋਂ ਬਾਅਦ ਜੋ ਕੁਝ ਕੱਲ ਹੋਇਆ, ਜਿਹੜੀ ਮੀਟਿੰਗ ਹੋਈ, ਹਾਲਾਂਕਿ ਬਿਲਕੁਲ ਠੀਕ ਹੈ ਤੁਹਾਡੀ ਗੱਲ ਰੰਧਾਵਾ ਜੀ, ਕੱਲ ਦੀ ਮੀਟਿੰਗ ਦੇ ਵਿੱਚ ਕੋਈ ਐਡੇ ਵੱਡੇ ਚਿਹਰੇ ਨਹੀਂ ਸੀ ਜਿਹਦੇ ਰਾਹੀਂ ਆਪਾਂ ਕਿਸੇ ਨਤੀਜੇ ਦੇ ਵਿੱਚ ਪਹੁੰਚੀਏ ਕਿ ਅਕਾਲੀ ਦਲ ਢੀਂਡਸਾ ਸਾਹਿਬ ਵਾਲਾ ਵੱਡਾ ਅਕਾਲੀ ਦਲ ਬਣ ਜਾਊਗਾ। ਪਰ ਹਜੇ ਤੇ ਪਾਰਟੀ ਸ਼ੁਰੂ ਹੋਈ ਹੈ। ਅਗਲੇ 2-3 ਮਹੀਨਿਆਂ ਦੇ ਵਿੱਚ ਉਸ ਢੀਂਡਸਾ ਸਾਹਿਬ, ਭਾਵੇਂ ਅਸੀਂ ਢੀਂਡਸਾ ਸਾਹਿਬ ਨੂੰ ਇੱਕ ਨਾਰਮਲ ਕਹਿ ਲਓ ਜਾਂ ਇੱਕ ਠੰਡਾ ਚਿਹਰਾ ਕਹਿੰਦੇ ਹੋ, ਲੇਕਿਨ ਆਉਣ ਵਾਲੇ ਟਾਈਮ ਵਿੱਚ ਬੀਬੀ ਜਗੀਰ ਕੌਰ ਤੋਂ ਲੈ ਕੇ ਹੋਰ ਵੀ ਅਕਾਲੀ ਵੱਡੇ ਆਗੂ ਜੇ ਇਸ ਧਿਰ ਦੇ ਵਿੱਚ ਸ਼ਾਮਲ ਹੋ ਜਾਣ ਤੇ ਤੁਸੀਂ ਫਿਰ ਕੀ ਕਹੋਗੇ? ਹੋ ਸਕਦਾ ਢੀਂਡਸਾ ਸਾਹਿਬ ਨੂੰ ਬਦਲ ਕੇ ਕੋਈ ਹੋਰ ਲੀਡਰ ਨੂੰ ਅੱਗੇ ਪ੍ਰਧਾਨਗੀ ਦੇ ਦਿੱਤੀ ਜਾਵੇ, ਪਰ ਇਹ ਗੱਲ ਕਵਾਇਦ ਸ਼ੁਰੂ ਹੋ ਗਈ। ਜੋ ਕੁਝ ਮਹਾਰਾਸ਼ਟਰ ਦੇ ਵਿੱਚ ਹੋਇਆ, ਐਨਸੀਪੀ ਟੁੱਟਣ ਦੇ ਵਿੱਚ ਜੋ ਕੁਝ ਉਧਵ ਠਾਕਰੇ ਉਹਨਾਂ ਨੂੰ ਸੇਧ ਲੱਗੀ, ਉਹ ਕੁਝ ਪੰਜਾਬ ਦੇ ਵਿੱਚ ਹੋਣ ਜਾ ਰਿਹਾ। ਪਰ ਉੱਥੇ ਤੇ ਗੱਲ ਸੀਗੀ 35 ਐਮਐਲਏ 40 ਐਮਐਲਏ ਨੂੰ ਜਹਾਜ਼ ਦੇ ਰਾਹੀਂ ਉੱਥੇ ਮਹਾਰਾਸ਼ਟਰ ਤੋਂ ਗੁਜਰਾਤ ਲੈ ਕੇ ਜਾਣਾ, ਫਿਰ ਅਸਮ ਲੈ ਕੇ ਜਾਣਾ। ਇੱਥੇ ਤੇ 3 ਹੀ ਐਮਐਲਏ ਹੈਗੇ ਨੇ, ਉਹਨਾਂ ਨੂੰ ਤੋੜਨਾ ਤੇ ਕੋਈ ਔਖਾ ਨਹੀਂ। ਪਰ ਹਾਂ, ਆ ਜਿਹੜੀ ਅਕਾਲੀ ਦਲ ਦੇ ਵਿੱਚ ਹੋਣ ਵਾਲੀ ਟੁੱਟ, ਇਹਦਾ ਆਗਾਜ਼ ਕੱਲ ਦੀ ਮੀਟਿੰਗ ਤੋਂ ਸ਼ੁਰੂ ਹੋਇਆ। ਅੱਗੇ ਚੱਲ ਕੇ ਇਹ ਟੁੱਟ ਫੁੱਟ ਤੇ ਕੌਣ ਵੱਡਾ, ਇਹ ਸਵਾਲ ਪੰਜਾਬ ਦੀ ਅਕਾਲੀ ਜਾਂ ਪੰਥਕ ਪੋਲਿਟਿਕਸ ਦੇ ਵਿੱਚ ਤੈਰਦਾ ਰਹੇ ਜੀ। ਪਰ ਇਹਦੇ ਵਿੱਚ ਭਾਸਕਰ ਸਾਹਿਬ ਕੋਈ ਵੀ ਅਕਾਲੀ ਦਲ ਚੋਂ ਟੁੱਟ ਕੇ ਨਹੀਂ ਆਇਆ। ਇਹ ਪੁਰਾਣੀਆਂ ਧਾਰਾਂ 'ਚ ਬਹਿੰਦੇ ਲੋਕ ਆ ਜਿਹੜੇ ਸਿਰ ਜੋੜ ਕੇ ਕੋਸ਼ਿਸ਼ ਕਰ ਰਹੇ ਵੀ ਹੁਣ ਆਪਾਂ ਕਿੱਦਾਂ ਚੱਲਣਾ ਹੈ। ਇਹ ਇੱਕ ਵਾਰੀ ਨਹੀਂ, ਇਸ ਤੋਂ ਪਹਿਲਾਂ ਦਰਜਨਾਂ ਵਾਰੀ ਇਹ ਮੀਟਿੰਗਾਂ ਹੋ ਚੁੱਕੀਆਂ। ਔਰ ਮੈਂ ਇੰਦਰਪ੍ਰੀਤ ਜੀ ਅੱਗੇ ਤੁਰਨਾ ਚਾਹੂੰਗਾ, ਲਾਸਟ ਵਿੱਚ ਚੱਲਦੇ ਆ। ਮੈਨੂੰ ਪਤਾ ਸਮੱਸਿਆਵਾਂ ਹੈਗੀਆਂ ਨੇ ਭਾਸਕਰ ਸਾਹਿਬ ਤੋਂ, ਅਸੀਂ ਉਹ ਲੈਣਾ ਜਿਹੜੇ ਜੱਜ ਨੇ ਇੱਕ ਚਿੱਠੀ ਲਿਖੀ ਬੜੀ ਦਿਲਚਸਪ, ਕੁੱਤਾ ਗਵਾਚਣ ਤੋਂ ਬਾਅਦ ਫਿਰ ਲੋਕ ਪੁੱਛਦੇ ਰਹੇ ਵੀ ਸਾਡੇ ਤਾਂ ਬੰਦੇ ਗਵਾਚੇ ਨਹੀਂ ਲੱਭੇ, ਇੱਥੇ ਕੁੱਤੇ ਦੇ ਮਾਮਲੇ 'ਚ ਵੇਖੋ ਕੀ ਕੁਝ ਵਾਪਰ ਗਿਆ। ਪਰ ਮੈਂ ਤੁਹਾਡੇ ਤੋਂ ਇਹ ਪੁੱਛਦਾ ਹਾਂ ਕਿ ਜਿਹੜੇ ਇਹ ਮਾਲ ਅਫਸਰ ਨੇ ਇਹ ਫਿਰ ਸਟ੍ਰਾਈਕ ਤੇ ਚੱਲੇ, ਕੀ ਚੱਕਰ ਬਣ ਗਿਆ? ਅਸਲ 'ਚ ਰੰਧਾਵਾ ਸਾਹਿਬ, ਆਪਾਂ ਕੱਲ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ, ਲੇਕਿਨ ਕੱਲ ਮੈਂ ਇਹ ਕਿਹਾ ਸੀਗਾ ਕਿ ਵਿਧਾਇਕ ਸਕੂਲਾਂ 'ਚ ਜਾ ਰਹੇ ਤੇ ਕਈ ਵਿਧਾਇਕ ਤਹਿਸੀਲਾਂ 'ਚ ਵੀ ਜਾ ਰਹੇ। ਤੁਸੀਂ ਦੇਖਿਆ ਹੋਣਾ ਕਿ ਛਾਪੇਮਾਰੀ ਹੋ ਰਹੀ ਹੈ, ਉਹ ਫਿਰ ਵੀਡੀਓਜ਼ ਬਣਾਏ ਜਾਂਦੇ ਆ ਤੇ ਵੀਡੀਓਜ਼ ਉੱਤੇ ਪਾਏ ਜਾਂਦੇ ਤੇ ਉਹ ਸਾਰਾ ਇਸ ਤਰ੍ਹਾਂ ਦਾ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਰੇ ਕਰਪਟ ਲੋਕ ਨੇ, ਅਸੀਂ ਇਹਨਾਂ ਨੂੰ ਸਿੱਧਾ ਕਰ ਰਹੇ ਹਾਂ ਇਸ ਤਰ੍ਹਾਂ ਦਾ। ਸੋ ਇਸ ਤੋਂ ਨਾਰਾਜ਼ ਹੋ ਕੇ ਜਿਹੜਾ ਮਾਲ ਅਫਸਰਾਂ ਦੀ ਇੱਕ ਯੂਨੀਅਨ ਹੈਗੀ ਹੈ, ਉਹਨਾਂ ਨੇ ਇੱਕ ਕੱਲ ਲੁਧਿਆਣੇ ਇੱਕ ਮੀਟਿੰਗ ਕੀਤੀ ਸੀਗੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਟ੍ਰਾਈਕ ਤੇ ਜਾਵਾਂਗੇ ਅਗਰ ਸਾਡੇ ਇਹ ਹੱਲ ਨਹੀਂ ਹੁੰਦੇ। ਪਹਿਲਾਂ ਵੀ ਗਵਰਨਮੈਂਟ ਨੇ ਆਸ਼ਵਾਸਨ ਦਿੱਤਾ ਸੀਗਾ, ਪਰ ਉਹ ਹਜੇ ਵੀ ਆਪਣੇ ਵਿਧਾਇਕਾਂ ਨੂੰ ਉਹ ਕਾਬੂ ਨਹੀਂ ਕਰ ਪਾ ਰਹੇ। ਲੇਕਿਨ ਉਸ ਤੋਂ ਬਾਅਦ ਹੁਣ ਦੁਬਾਰਾ ਉਹਨਾਂ ਨੇ ਇੱਕ ਧਮਕੀ ਦਿੱਤੀ ਹੈ ਤੇ ਇਹ ਜ਼ਰੂਰ ਕਿਹਾ ਨਾਲ ਵੀ ਅਗਰ ਕੋਈ ਵਿਧਾਇਕ ਮਤਲਬ ਸਾਡੇ ਤੇ ਛਾਪਾ ਮਾਰਨਾ ਚਾਹੁੰਦਾ ਜ਼ਰੂਰ ਮਾਰੇ, ਪਰ ਉਹ ਡੀਸੀ ਤੇ ਐਸਡੀਐਮ ਦੇ ਨਾਲ ਲੈ ਕੇ ਆਏ। ਮੈਂ ਕੱਲ ਵੀ ਇਹ ਕਿਹਾ ਸੀ ਕਿ ਬਹੁਤ ਸਾਰੀਆਂ ਜਗ੍ਹਾ ਤੇ ਅਥਾਰਟੀਜ਼ ਹੁੰਦੀਆਂ
ਤਹਿਸੀਲ ਦੇ ਵਿੱਚ ਅਥਾਰਟੀ ਤਹਿਸੀਲਦਾਰ ਦੀ ਹੈ, ਉਪਮੰਡਲ ਦੇ ਵਿੱਚ ਉਪਮੰਡਲ ਜਿਹੜਾ ਅਧਿਕਾਰੀ ਹੈਗਾ ਐਸਡੀਐਮ ਹੈ ਉਹਦੀ ਹੈ। ਇਸ ਤਰ੍ਹਾਂ ਹੀ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੈ, ਉਹਨਾਂ ਦੀ ਇੱਕ ਅਥਾਰਟੀ ਹੈ, ਉਸ ਦੀ ਇਜਾਜ਼ਤ ਤੋਂ ਬਿਨਾਂ ਤੁਸੀਂ ਅੰਦਰ ਨਹੀਂ ਆ ਸਕਦੇ। ਇਸ ਤਰ੍ਹਾਂ ਦਾ ਕੱਲ ਕੋਈ ਵੀ ਆਂਦਾ ਰਹੇਗਾ ਇਹ ਕਹਿਣ ਵੀ ਅਸੀਂ ਵਿਧਾਇਕ ਹਾਂ, ਇਸ ਕਰਕੇ ਕਹਿੰਦੇ ਵਿਧਾਇਕਾਂ ਦਾ ਕੰਮ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਉਣਾ ਹੈਗਾ, ਥੱਲੇ ਆ ਕੇ ਉਹ ਸਿਰਫ ਸੋਸ਼ਲ ਆਡਿਟਿੰਗ ਕਰ ਸਕਦੇ ਹੈ ਵੀ ਆਹ ਚੱਕਰ ਮਾਰਿਆ ਹੈ, ਲੇਕਿਨ ਉੱਥੇ ਕਿਸੇ ਨੂੰ ਕੁਝ ਕਿਹਾ ਨਹੀਂ। ਜੋ ਉਹਨਾਂ ਨੇ ਕੋਈ ਗਲਤੀਆਂ ਦੇਖੀਆਂ ਨੇ ਉਹ ਉਸ ਇੱਕ ਲੈਟਰ ਲਿਖਣ ਆਪਣੇ ਸੰਬੰਧਿਤ ਅਧਿਕਾਰੀ ਨੂੰ ਭੇਜ ਦੇਣ। ਇਸ ਤੋਂ ਜ਼ਿਆਦਾ ਉਹਨਾਂ ਕੋਲੇ ਨਹੀਂ ਹੁੰਦਾ ਕਿ ਉਹ ਉਹਨਾਂ ਨੂੰ ਮਤਲਬ ਫਾਇ ਟੰਗੇ ਫਿਰਨ, ਇਹ ਨਹੀਂ ਉਹਨਾਂ ਦੇ ਕੋਲੇ ਰਾਈਟ ਹੈਗੇ। ਸੋ ਇਸ ਤੋਂ ਹੀ ਨਾਰਾਜ਼ਗੀ ਹੈ ਉਹਨਾਂ ਦੀ, ਤੇ ਉਹਨਾਂ ਨੇ ਜਿਹੜੀ ਧਮਕੀ ਦਿੱਤੀ ਹੈ ਤੇ ਕਿਹਾ ਵੀ ਅਸੀਂ ਸੋਮਵਾਰ ਤੋਂ ਜਿਹੜਾ ਹੈਗਾ ਰਜਿਸਟਰੀਆਂ ਦਾ ਕੰਮ ਬੰਦ ਕਰ ਦਾਂਗੇ। ਪਰ ਦੇਖੋ ਹੁਣ ਇੱਕ ਪਾਸੇ ਅਸੀਂ ਖੜੇ ਹਾਂ ਹੜ੍ਹਾਂ ਦੇ ਉਸ ਦੇ ਉੱਤੇ, ਉਹਦੇ ਵਿੱਚ ਵੀ ਰੈਵਨਿਊ ਅਧਿਕਾਰੀ ਹੀ ਜ਼ਿਆਦਾ ਉਹਨਾਂ ਦਾ ਕੰਮ ਹੈ, ਕਿਉਂਕਿ ਗਿਰਦਾਵਰੀਆਂ ਅਜੇ ਨਹੀਂ ਹੋਈਆਂ। ਸਰਕਾਰ ਕਹਿ ਰਹੀ ਹੈ ਵੀ ਗਿਰਦਾਵਰੀਆਂ ਇਸ ਕਰਕੇ ਨਹੀਂ ਅਸੀਂ ਕਰਵਾ ਰਹੇ ਕਿਉਂਕਿ ਮੀਂਹ ਦਾ ਮੌਸਮ ਦੁਬਾਰਾ ਬਣਿਆ ਹੋਇਆ। ਪਰ ਤੁਸੀਂ ਇਹ ਦੇਖੋ ਵੀ ਜਿਹੜੇ ਬਹੁਤ ਸਾਰੇ ਬੰਦਿਆਂ ਨੇ ਕੋਈ ਮੂੰਗੀ ਦੀ ਦਾਲ ਲਗਾਈ ਹੈ, ਕਿਸੇ ਨੇ ਕੁਝ ਲਗਾਇਆ, ਹੁਣ ਉਹਨੂੰ ਨਾ ਤਾਂ ਉਹ ਵਾਹ ਸਕਦਾ ਹੈ ਨਾ ਕੁਝ ਅੱਗੇ ਕਰ ਸਕਦਾ, ਕਿਉਂਕਿ ਉਹਦੀ ਗਿਰਦਾਵਰੀ ਨਹੀਂ ਹੋਈ ਤੇ ਅਗਲੀ ਫਸਲ ਬੀਜ ਨਹੀਂ ਸਕਦਾ, ਕਿਉਂਕਿ ਉਹਨੂੰ ਪਿਛਲੀ ਫਸਲ ਦਾ ਉਹਨੂੰ ਕੋਈ ਮੁਆਵਜ਼ਾ ਹੀ ਨਹੀਂ ਮਿਲੇਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਅਹਿਮ ਨੇ ਤੇ ਜਿਹਦੇ ਵਿੱਚ ਇਹਨਾਂ ਰੈਵਨਿਊ ਅਧਿਕਾਰੀਆਂ ਦਾ ਬੜਾ ਅਹਿਮ ਰੋਲ ਹੈ। ਤੇ ਇਸ ਟਾਈਮ ਉਹਨਾਂ ਦੇ ਵਿੱਚ ਜੇ ਸਟ੍ਰਾਈਕ ਤੇ ਚਲੇ ਜਾਂਦੇ ਆ ਤੇ ਇਹ ਸਾਰੀਆਂ ਚੀਜ਼ਾਂ ਫਿਰ ਪ੍ਰਭਾਵਿਤ ਹੁੰਦੀਆਂ। ਉਹਨਾਂ ਨੇ ਇੱਕ ਗੱਲ ਤਾਂ ਕਹੀ ਹੈ ਕਿ ਅਸੀਂ ਹੜ੍ਹਾਂ ਨਾਲ ਸੰਬੰਧਿਤ ਕੰਮ ਕਰਦੇ ਰਵਾਂਗੇ। ਵੈਸੇ ਇਹ ਰੋਪੜ ਦੇ ਐਮਐਲਏ ਦਾ ਭਾਸਕਰ ਸਾਹਿਬ ਮਾਮਲਾ ਹੈ ਨਾ ਇਹ ਸਾਰਾ, ਜਿੱਥੇ ਉਹਨਾਂ ਨੇ ਜਾ ਕੇ ਦਬਸ਼ ਦਿੱਤੀ ਆ ਔਰ ਹੌਲੀ, ਵੈਸੇ ਬਣਦਾ ਹੀ ਨਹੀਂਗਾ ਇਸ ਤਰ੍ਹਾਂ ਦਾ ਸਿਸਟਮ ਹੀ ਇਹਨਾਂ ਤੁਸੀਂ ਉਹਨਾਂ ਦੀ ਚੇਅਰ ਤੇ ਵੀ ਬੈਠ ਰਹੇ ਹੋ ਨਾ, ਗੱਲ ਤਾਂ ਇਹ ਉਹਨਾਂ ਦੀ ਚੇਅਰ ਤੇ ਵੀ ਬੈਠੇ ਹੋ। ਚਲੋ ਇਹ ਤਾਂ ਮੁੱਖ ਮੰਤਰੀ ਸਾਹਿਬ ਸਿਖਾ ਲੈਣ ਨਾ ਇਹਨਾਂ ਨੂੰ, ਹੁਣ ਕੀ ਕੋਈ ਕਹਿ ਸਕਦਾ, ਚੁਣੇ ਹੋਏ ਨੁਮਾਇੰਦੇ ਆ। ਅਸੀਂ ਕੋਈ 50,000 ਬੰਦੇ ਨੇ ਵੋਟ ਪਾਈ ਹੈ, ਅਸੀਂ ਐਮਐਲਏ ਨੂੰ ਮਾੜਾ ਤਾਂ ਨਹੀਂ ਕਹਿ ਸਕਦੇ। ਉਹਨੂੰ ਮਾੜਾ ਕਹਿਣ ਦਾ ਮਤਲਬ 50,000 ਵੋਟ ਨੂੰ ਮਾੜਾ ਕਹਿਣਾ, ਤਾਂ ਮੁੱਖ ਮੰਤਰੀ ਦੇਖਣ ਨਾ ਉਹ ਇਹਨਾਂ ਨੂੰ ਕੋਈ ਥੋੜਾ ਬਹੁਤਾ ਸਲੀਕਾ ਸਿਖਾਉਣ। ਭਾਸਕਰ ਸਾਹਿਬ ਇਹਦੇ ਤੇ ਵੀ ਟਿੱਪਣੀ ਦੇ ਦਿਓ ਤੇ ਉਹ ਜੱਜ ਸਾਹਿਬ ਦੀ ਚਿੱਠੀ ਜਿਹੜੀ ਤੁਹਾਡੇ ਹੱਥ 'ਚ ਹੈ ਉਹਦਾ ਜ਼ਿਕਰ ਜ਼ਰੂਰ ਕਰਿਓ ਵੀ ਕੁੱਤਾ ਗਵਾਚ ਜਾਂਦਾ ਤੇ ਫਿਰ ਕੀ ਵਾਪਰਦਾ। ਜਿੱਥੇ ਤੱਕ ਤਹਿਸੀਲਦਾਰਾਂ ਦੀ ਗੱਲ ਕਰੀਏ, ਦੇਖੋ ਚੰਗਾ ਨਹੀਂ ਲੱਗਦਾ, ਤੁਸੀਂ ਸਾਰੇ ਕਰਮਚਾਰੀ, ਤਹਿਸੀਲਦਾਰ ਚੰਗੀ ਪੋਸਟ ਹੁੰਦੀ ਹੈ, ਰਸੂਖਦਾਰ ਪੋਸਟ ਹੁੰਦੀ ਹੈ, ਉੱਥੇ ਐਮਐਲਏ ਪਹੁੰਚ ਕੇ ਜਦ ਤੂੰ ਤਲਾਂਗ ਕਰਦੇ ਨੇ ਨਾ ਤੇ ਉਹ ਜਾਂਚ ਕਰਦੇ ਨੇ ਕਿੰਨੇ ਵਜੇ ਆਏ ਕਿੰਨੇ ਵਜੇ ਗਏ, ਤੇ ਤਹਿਸੀਲਦਾਰ ਸਾਹਿਬ ਦਾ ਰਸੂਖ ਵੀ ਬਹੁਤ ਡਾਊਨ ਹੁੰਦਾ ਹੈ ਔਰ ਇਸ ਤਰ੍ਹਾਂ ਲੱਗਦਾ ਜਿੱਦਾਂ ਕੋਈ ਛਾਪਾ ਜਾ ਪੈ ਗਿਆ। ਉਹਨਾਂ ਦਾ ਇਤਰਾਜ਼ ਕਿਸੇ ਹੱਦ ਤੱਕ ਠੀਕ ਵੀ ਹੈ, ਕਿਉਂਕਿ ਐਮਐਲਏ ਅਗਰ ਡਾਇਰੈਕਟਲੀ ਜਾਣ, ਡੀਸੀ ਐਸਡੀਐਮ ਨਾਲ ਹੋਣ, ਇਹ ਗੱਲ ਤਹਿਸੀਲਦਾਰਾਂ ਨੇ ਕੀਤੀ ਹੈ ਕਿ ਵੀ ਚਲੋ ਮਾਰੋ ਛਾਪਾ, ਪਰ ਤੁਹਾਡੇ ਨਾਲ ਐਸਡੀਐਮ ਔਰ ਡੀਸੀ ਹੋਣ ਉਹ ਜ਼ਿਆਦਾ ਜ਼ਰੂਰੀ ਹੈਗਾ। ਹੁਣ ਇਸ ਮੁੱਦੇ ਦੇ ਉੱਤੇ ਸਰਕਾਰ, ਮੈਨੂੰ ਲੱਗਦਾ ਦਿਨੇਸ਼ ਚੱਡਾ ਉਹਨਾਂ ਨੇ ਜੋ ਕੁਝ ਕੀਤਾ ਉਹਦੇ ਵਿੱਚ ਐਮਐਲਏ ਆਪਣੀ ਇੱਕ ਤਰੀਕੇ ਨਾਲ ਰੋਬ ਦਿਖਾਉਣ ਵਾਸਤੇ ਵੀ ਇਹ ਕੰਮ ਕਰਦੇ ਹੁੰਦੇ ਨੇ। ਪਿਛਲੇ ਦਿਨਾਂ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਐਮਐਲਏ ਕਿਸ ਤਰੀਕੇ ਨਾਲ ਡੀਸੀ ਆਫਿਸ ਪਹੁੰਚ ਕੇ ਹਰ ਡਿਪਾਰਟਮੈਂਟ ਹਰ ਕਮਰੇ ਜਾ ਕੇ ਸਟਾਫ ਨੂੰ ਝਾੜਦਾ ਫਿਰਦਾ ਸੀਗਾ, ਬਾਅਦ ਚੋਂ ਉਹਦੇ ਤੇ ਲੱਤ ਪੈ ਗਈ। ਲੇਕਿਨ ਹੁਣ ਆਹ ਮੁੱਦਾ ਜਿਹੜਾ ਹੈਗਾ ਉਹ ਤਹਿਸੀਲਦਾਰ ਜਦ ਸਟ੍ਰਾਈਕ ਕਰਨ ਦੀ ਧਮਕੀ ਦਿੰਦੇ ਨੇ ਤੇ ਫਿਰ ਸਰਕਾਰ ਨੂੰ ਵੀ ਪਿੱਛੇ ਹਟਣਾ ਪੈਂਦਾ ਹੈ। ਹੁਣ ਗੱਲ ਕਰੀਏ ਉਹ ਜੱਜ ਸਾਹਿਬ ਦੀ, ਕਿ ਉਹ ਬੜੀ ਇੰਟਰਸਟਿੰਗ ਜੀ ਗੱਲ ਹੈ। ਇੱਕ ਚੀਜ਼ ਐਡ ਕਰ ਦਈਏ, ਬਹੁਤ ਕਾਹਲੀ ਚ ਕਰਾਂਗੇ ਵੈਸੇ, ਕਿਉਂਕਿ ਜੇਕਰ ਤਹਿਸੀਲਦਾਰਾਂ ਨੂੰ ਬਦਲੀਆਂ ਦਾ ਡਰ ਨਾ ਹੋਵੇ, ਸਰਕਾਰੀ ਮੁਲਾਜ਼ਮਾਂ ਨੂੰ ਬਦਲੀਆਂ ਦਾ ਡਰ ਨਾ, ਉਹ ਇਹਨਾਂ ਨੂੰ ਬੇਰਾਂ ਵੱਟੇ ਨਾ ਪੁੱਛਣ। ਵੈਸੇ ਇੱਕ ਹੋਰ ਵੀ ਐਂਗਲ ਆ ਭਾਸਕਰ ਸਾਹਿਬ, ਸਵਾਲ ਇਸ ਗੱਲ ਦਾ ਵੀ ਹੈ ਕਿ ਜਿਹੜੇ ਪਹਿਲੇ ਐਮਐਲਏ ਸੀ ਨਾ ਉਹ ਬੜੇ ਵੱਡੇ ਔਰੇ ਵਾਲੇ ਸੀ, ਵੱਡੀਆਂ ਪਾਰਟੀਆਂ ਦੇ ਵੱਡੇ ਬੰਦੇ ਸੀ, ਫੈਮਿਲੀਅਰ ਸੀ, ਫੇਸ ਬੜੇ ਪਪੂਲਰ ਸੀ, ਮਾਲਦਾਰ ਸਾਮੀਆਂ ਸੀਗੀਆਂ ਤੇ ਤਹਿਸੀਲਦਾਰ ਤੋਂ ਵੱਡੀਆਂ ਸਾਮੀਆਂ ਸੀ। ਸੋ ਤਹਿਸੀਲਦਾਰ ਨੂੰ ਪਤਾ ਹੁੰਦਾ ਸੀ ਯਾਰ ਬੰਦਾ ਸਾਡੇ ਨਾਲੋਂ ਵੱਡਾ ਹੈ। ਹੁਣ ਆਪਣੇ ਨਾਲੋਂ ਹਮਾਤੜ ਆਇਆ ਵੇਖ ਕੇ ਵੀ ਇਹਦੀ ਤਾਂ ਕੋਠੀ ਵੀ ਮੇਰੇ ਨਾਲ ਛੋਟੀ, ਕਾਰ ਵੀ ਮੇਰੇ ਨਾਲੋਂ ਛੋਟੀ, ਤਾਮਝਾਮ ਵੀ ਛੋਟਾ, ਅੱਛਾ ਇਹ ਬੜਾ ਮਾਮਾ ਬਣਿਆ ਫਿਰਦਾ। ਕਿਸੇ ਵੇਲੇ ਇਹ ਜਦੋਂ ਅਪਰੋਚ ਅੰਦਰੋਂ ਆਉਂਦੀ ਨਾ ਉਦੋਂ ਵੀ ਜ਼ਿਆਦਾ ਗੁੱਸਾ ਆਉਂਦਾ, ਬੰਦਾ ਕਹਿੰਦਾ ਅੱਛਾ ਮੈਂ ਕਰ ਕੱਖ ਨਹੀਂ ਸਕਦਾ, ਕਿਉਂਕਿ ਬਦਲੀ ਦਾ ਡਰ ਹੁੰਦਾ, ਕਿਸੇ ਜਾਂਚ ਦਾ ਵੀ ਡਰ ਅੱਜ ਕੱਲ ਸਤਾਉਂਦਾ। ਉੱਥੇ ਕੱਲ ਮਾਲ ਅਫਸਰਾਂ ਦੀ ਜਿਹੜੀ ਐਸੋਸੀਏਸ਼ਨ ਨੇ ਵੀ ਕਿਹਾ ਕਿ ਸਾਡੇ ਬੰਦੇ ਬਿਨਾਂ ਮਤਲਬ ਬਦਨਾਮ ਕਰਤੇ ਵਿਜੀਲੈਂਸ ਨੇ, ਪਿੱਛੇ ਜੇ ਨਾ ਕੁਝ ਕੱਢਿਆ ਨਾ ਪਾਇਆ। ਅੱਛਾ ਉਹਨਾਂ ਨੇ ਇਹ ਵੀ ਮੰਗ ਕਰਤੀ ਵੀ ਜਿਹੜੇ ਅਧਿਕਾਰੀ ਨੇ ਉਹ ਚਿੱਠੀ ਲੀਕ ਕੀਤੀ ਸੀ ਉਹਦੇ ਖਿਲਾਫ ਅਜੇ ਤੱਕ ਕਾਰਵਾਈ ਨਹੀਂ ਕੀਤੀ, ਉਹ ਵੀ ਕਰੋ। ਸੋ ਮੇਰਾ ਮਤਲਬ ਹੈ ਦੁੱਖ ਤਾਂ ਬਥੇਰੇ ਦੱਸੇ ਨਹੀਂ ਜਾਂਦੇ, ਕਿਉਂਕਿ ਸਾਡੇ ਦੁੱਖ ਉਹਦੇ ਨਾਲ ਹੋਰ ਵੱਡੇ ਹੁੰਦੇ ਆ ਵੀ ਕਿਤੇ ਸਾਡੀ ਕੋਈ ਇਕੱਲਾ ਬੰਦਾ ਤੇ ਵੈਸੇ ਹੀ ਡਰਦਾ ਨਹੀਂ ਬੋਲਦਾ ਕਿ ਯਾਰ ਕਿਤੇ ਮੇਰੀ ਮਾੜੀ ਮੋਟੀ ਛੇੜ ਛਿੜ ਗਈ ਤੇ ਪਤਾ ਨਹੀਂ ਕਿਧਰੋਂ ਮੁੜ ਕੇ ਜਾਂਚਾਂ ਹੋਣੀਆਂ। ਸੋ ਸਮੂਹਿਕ ਰੂਪ ਚ ਹੀ ਕਰਦੇ ਨੇ ਕਿ ਸਮੂਹਿਕ ਰੂਪ ਚ ਕੁਝ ਕੀਤਾ ਨਹੀਂ ਜਾ ਸਕਦਾ ਹੁੰਦਾ, ਪਰ ਉਹਨਾਂ ਦੇ ਦੁੱਖ ਵੀ ਸੁਣਨੇ ਚਾਹੀਦੇ, ਔਖੇ ਹਾਲਾਤਾਂ ਚ ਕੰਮ ਕਰਦੇ ਆ। ਵੈਸੇ ਤੇ ਬੇਸਿਕਲੀ ਕਈ ਵੱਡੇ ਜਿਹੜੇ ਵੈਦ ਹੁੰਦੇ ਨੇ ਉਹ ਨਬਜ਼ ਫੜ ਕੇ ਪਤਾ ਲਗਾਉਂਦੇ ਆ ਵੀ ਦਰਦ ਕਿੱਥੇ ਹੈਗਾ। ਰੰਧਾਵਾ ਜੀ ਤੁਸੀਂ ਤੇ ਬਗੈਰ ਨਬਜ਼ ਫੜਈ ਉਸ ਦਰਦ ਦਾ ਜ਼ਿਕਰ ਕਰਤਾ, ਮੈਨੂੰ ਲੱਗਦਾ ਤੁਸੀਂ ਬਹੁਤ ਵੱਡੇ ਵੈਦ ਅੱਗੇ ਚੱਲ ਕੇ ਬਣੋਗੇ ਜਾਂ ਬਣ ਚੁੱਕੇ ਹੋ। ਹੁਣ ਗੱਲ ਕਰੀਏ ਉਹ ਦਿੱਲੀ ਦੇ ਜੱਜ ਸਾਹਿਬ ਦੀ।
ਦਿੱਲੀ ਦੇ ਜੱਜ ਸਾਹਿਬ, ਦਿੱਲੀ ਹਾਈ ਕੋਰਟ ਦੇ ਵਿੱਚ ਜੱਜ ਸਾਹਿਬ ਲੱਗੇ ਹੋਏ ਸੀਗੇ, ਔਰ ਲੱਗੇ ਹੋਏ ਸੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਹੁਣ ਉਹ ਕਲਕੱਤਾ ਹਾਈ ਕੋਰਟ ਦੇ ਵਿੱਚ ਟ੍ਰਾਂਸਫਰ ਹੋ ਚੁੱਕੇ ਨੇ। ਇਹ ਜੂਨ 12 ਦੀ ਇਹ ਗੱਲ ਹੈਗੀ ਹੈ, ਜੂਨ 12 ਦੀ। ਉਹਨਾਂ ਨੇ ਇੱਕ ਚਿੱਠੀ ਲਿਖੀ ਦਿੱਲੀ ਦੇ ਜੁਆਇੰਟ ਕਮਿਸ਼ਨਰ ਆਫ ਪੁਲਿਸ, ਇਹਨਾਂ ਦਾ ਨਾਂ ਹੈਗਾ ਮੰਗੇਸ਼ ਕਸ਼ਯਪ, ਔਰ ਜੱਜ ਸਾਹਿਬ ਦਾ ਨਾਂ ਹੈਗਾ ਗੌਰੰਗ ਕਾਂਤ। ਉਹਨਾਂ ਨੇ ਚਿੱਠੀ ਲਿਖੀ ਕਿ ਵੀ ਮੇਰੇ ਘਰ ਦੇ ਵਿੱਚ ਜਿਹੜਾ ਤੁਸੀਂ ਸਿਕਿਉਰਿਟੀ ਸਟਾਫ ਲਾਇਆ ਹੈ, ਉਹ ਬਿਲਕੁਲ ਹੀ ਆਪਣੀ ਮੇਰੀ ਡਾਇਰੈਕਸ਼ਨ ਦੇ ਉੱਤੇ ਕੋਈ ਕੰਮ ਨਹੀਂ ਕਰਦਾ, ਔਰ ਉਹਨਾਂ ਦੇ ਗੇਟ ਖੁੱਲੇ ਛੱਡਣ ਕਰਕੇ ਮੇਰਾ ਕੁੱਤਾ ਭੱਜ ਗਿਆ ਔਰ ਮੈਨੂੰ ਆਪਣੇ ਕੁੱਤੇ ਨੂੰ ਗਵਾਉਣਾ ਪਿਆ। ਔਰ ਉਹਨਾਂ ਦੀ ਇਸ ਹਰਕਤ ਨਾਲ ਮੇਰੀ ਤੇ ਮੇਰੀ ਪਰਿਵਾਰ ਦੀ ਜਾਨ ਨੂੰ ਹਮੇਸ਼ਾ ਖਤਰਾ ਬਣਿਆ ਹੋਇਆ ਹੈ, ਕਿਉਂਕਿ ਉਹ ਗੇਟ ਖੁੱਲਾ ਛੱਡ ਦਿੰਦੇ ਹੁੰਦੇ। ਗੱਲ ਤੇ ਸੀਗੀ ਕੁੱਤੇ ਦੀ ਤੇ ਗੱਲ ਉਹਨਾਂ ਨੇ ਇੱਕ ਲਾਈਨ ਤੇ ਕੀਤੀ ਹੈ, ਪਰ ਆਪਣੀ ਜਾਨ ਨੂੰ ਖਤਰੇ ਦੀ ਗੱਲ 2 ਤੋਂ ਵੱਧ ਵਾਰ ਉਸ ਲੈਟਰ ਦੇ ਵਿੱਚ ਵੀ ਕੀਤੀ ਹੈ। ਹੁਣ ਇਸ ਗੱਲ ਦੇ ਉੱਤੇ ਕਿਹਾ ਗਿਆ ਹੈ ਜੁਆਇੰਟ ਕਮਿਸ਼ਨਰ ਆਫ ਪੁਲਿਸ ਨੂੰ ਕਿ 3 ਦਿਨਾਂ ਦੇ ਵਿੱਚ ਇਹ ਸਾਰੇ ਸਟਾਫ ਦੇ ਉੱਤੇ ਐਕਸ਼ਨ ਲੈ ਕੇ ਮੈਨੂੰ ਐਕਸ਼ਨ ਟੇਕਨ ਰਿਪੋਰਟ ਦਿੱਤੀ ਜਾਏ। ਹਾਲਾਂਕਿ ਐਕਸ਼ਨ ਟੇਕਨ ਰਿਪੋਰਟ ਦੇ ਵਿੱਚ ਕੀ ਹੋਇਆ ਪਤਾ ਨਹੀਂ, ਔਰ ਕੀ ਜੁਆਇੰਟ ਕਮਿਸ਼ਨਰ ਆਫ ਪੁਲਿਸ ਨੇ ਸਾਰਾ ਸਟਾਫ ਬਦਲਤਾ, ਟੰਗਤਾ, ਸਸਪੈਂਡ ਕਰਤਾ, ਕੀ ਕਰਤਾ, ਕੁਝ ਨਹੀਂ ਪਤਾ। ਪਰ ਉਹਨਾਂ ਜੱਜ ਸਾਹਿਬ ਦੀ ਟ੍ਰਾਂਸਫਰ ਕਲਕੱਤਾ ਹਾਈ ਕੋਰਟ ਦੇ ਵਿੱਚ ਜ਼ਰੂਰ ਹੋ ਗਈ ਹੈ। ਔਰ ਇਹ ਚਿੱਠੀ ਜਿਹੜੀ ਲਿਖੀ ਸੀ ਉਹਨਾਂ ਨੇ ਜੁਆਇੰਟ ਕਮਿਸ਼ਨਰ ਨੂੰ ਤੇ ਲਿਖੀ ਸੀਗੀ, ਡੀਜੀ ਯਾਨੀ ਡਾਇਰੈਕਟਰ ਜਨਰਲ ਜਿਹੜੇ ਸੀਆਰਪੀਐਫ ਹੈ ਉਹਨਾਂ ਨੂੰ ਵੀ ਸੀਸੀ ਕੀਤੀ ਸੀਗੀ, ਔਰ ਆਈਜੀ ਸੀਆਰਪੀਐਫ, ਕਿਉਂਕਿ ਸਿਕਿਉਰਿਟੀ ਕਈ ਵਾਰ ਇਹਨਾਂ ਦੇ ਵੀ ਡਿਪਲੋਇਮੈਂਟ ਹੁੰਦੀ ਹੈ ਜੱਜਾਂ ਦੇ ਘਰਾਂ ਦੇ ਵਿੱਚ। ਹੁਣ ਇਸ ਤੋਂ ਪਹਿਲੇ ਕੱਲ ਅਸੀਂ ਜ਼ਿਕਰ ਕੀਤਾ ਸੀਗਾ ਉਹ ਇਲਾਹਾਬਾਦ ਹਾਈ ਕੋਰਟ ਦੇ ਜੱਜ ਦਾ, ਜਿਨ੍ਹਾਂ ਨੇ ਰੇਲਵੇ ਨੂੰ ਐਕਸਪਲੇਨੇਸ਼ਨ ਮੰਗ ਲਈ ਸੀ ਕਿ ਮੈਨੂੰ ਮੇਰੀ ਬਣਦੀ ਸੁਵਿਧਾਵਾਂ ਨਹੀਂ ਦਿੱਤੀ। ਫਿਰ ਚੀਫ ਜਸਟਿਸ ਦਾ ਉਸ ਮੁੱਦੇ ਦੇ ਉੱਤੇ ਸਾਰੇ ਚੀਫ ਜਸਟਿਸ ਆਫ ਹਾਈ ਕੋਰਟਸ ਨੂੰ ਲੈਟਰ ਲਿਖਣਾ, ਉਸ ਤੋਂ ਬਾਅਦ ਇਹ ਕੁੱਤੇ ਦਾ ਜ਼ਿਕਰ, ਭਾਵੇਂ ਇਹ ਕੁੱਤੇ ਦਾ ਜ਼ਿਕਰ ਜੂਨ 12 ਦਾ ਹੈ, ਪਰ ਚਿੱਠੀ ਕੱਲ ਜਿਹੜੀ ਚੀਫ ਜਸਟਿਸ ਨੇ ਲਿਖੀ ਸੀ ਉਹਦੇ ਨਾਲ ਡਾਇਰੈਕਟਲੀ ਕਨੈਕਟਡ ਹੈਗਾ ਕਿ ਵੀ ਨਾ ਕਰੋ, ਜਿਹਦੇ ਕਰਕੇ ਜੁਡੀਸ਼ਰੀ ਦੀ ਇੱਜ਼ਤ ਡਾਊਨ ਹੋਏ, ਔਰ ਜਿਸ ਤਰੀਕੇ ਨਾਲ ਜੁਡੀਸ਼ਰੀ ਡਾਇਰੈਕਟਲੀ ਇੰਟਰਵੀਨ ਕਰੇ ਦੂਜੇ ਮੁੱਦਿਆਂ ਦੇ ਉੱਤੇ। ਪਰ ਇਹ ਮਾਮਲਾ ਬੜਾ ਇੰਟਰਸਟਿੰਗ ਹੈਗਾ, ਔਰ ਇਹਦੇ ਨਾਲ ਉਹ ਹੋਰ ਵੀ ਕਈ ਇੰਟਰਸਟਿੰਗ ਮਾਮਲੇ ਛਪੇ ਨੇ। ਉਹ ਤਮਿਲਨਾਡੂ ਦੇ ਵਿੱਚ ਬੈਂਗਲੁਰੂ ਦੇ ਵਿੱਚ 3.5 ਲੱਖ ਰੁਪਏ ਦੇ ਟਮਾਟਰ ਇੱਕ ਕਹਿੰਦੇ ਕਹਾਉਂਦੇ ਰਸੂਖਦਾਰ ਦੰਪਤੀ ਨੇ ਲੁੱਟ ਲਏ, ਬਾਅਦ ਚੋਂ ਫੜੇ ਵੀ ਗਏ, ਔਰ ਬਾਅਦ ਚੋਂ ਤਮਿਲਨਾਡੂ ਲੈ ਕੇ ਭੱਜ ਗਏ ਸੀ ਉਹ 3.5 ਲੱਖ ਦੇ ਟਮਾਟਰ। ਯਾਨੀ ਟਮਾਟਰਾਂ ਦੀ ਡਕੈਤੀ ਦੀ ਖਬਰ ਹਾਲਾਂਕਿ ਪਹਿਲੇ ਨਹੀਂ ਸੁਣੀ, ਹੁਣ ਟਮਾਟਰ ਇੰਨੇ ਮਹਿੰਗੇ ਹੋ ਗਏ ਨੇ ਕਿ ਹੁਣ ਏਦਾਂ ਦੀ ਵੀ ਡਕੈਤੀਆਂ ਹੋਣ ਲੱਗ ਗਈਆਂ, ਔਰ ਜੱਜ ਸਾਹਿਬ ਦੇ ਕੁੱਤੇ ਦੇ ਭੱਜ ਜਾਣ ਨਾਲ ਸਾਰੇ ਸਟਾਫ ਨੂੰ ਟੰਗ ਦਿੱਤਾ ਜਾਏ, ਏਦਾਂ ਦੇ ਵੀ ਹੁਣ ਚਿੱਠੀਆਂ ਉਜਾਗਰ ਹੋਣ ਲੱਗ ਗਈਆਂ। ਮੈਨੂੰ ਲੱਗਦਾ ਜਿਹੜਾ ਉਹ ਰਸੂਖਦਾਰ ਦੰਪਤੀ ਆ ਨਾ, ਉਹ ਸੋਚਦਾ ਹੋਣਾ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਏਦਾਂ ਸਾਰੇ ਦੇਸ਼ 'ਚ ਮਸ਼ਹੂਰ ਹੋਇਆ ਜਾ ਸਕਦਾ। ਵੇਖੋ ਭਾਸਕਰ ਸਾਹਿਬ ਦੀ ਨਜ਼ਰ ਚੜੇ ਤੇ ਕਿੱਥੇ ਕਿੱਥੇ ਚੜੇ ਹੋਣਗੇ। ਜੀ ਲਾਸਟ ਵਿੱਚ ਸਿਰਫ 4 ਲਾਈਨਾਂ 'ਚ ਇਹ ਸਮਝਾ ਦਿਓ ਕਿ ਯੂਪੀਐਸਸੀ ਦੀ ਤਿਆਰੀ ਲਈ 8 ਸੈਂਟਰ ਮੁੱਖ ਮੰਤਰੀ ਖੋਲ ਰਿਹਾ। ਮੈਨੂੰ ਲੱਗਦਾ ਸਟੇਟ ਪਹਿਲੀ ਵਾਰੀ ਚੱਜ ਦਾ ਕੰਮ ਕਰ ਰਹੀ ਹੈ। ਸਾਡੇ ਬੰਦਿਆਂ ਦੀ ਹਾਜ਼ਰੀ ਦਰਜ ਹੀ ਨਹੀਂ ਹੋ ਰਹੀ, ਨਾ ਆਈਐਸ ਨਾ ਆਈਪੀਐਸ। ਚਲੋ ਅੰਬੈਸਡਰ ਤੇ ਦੂਜੇ ਰੈਵਨਿਊ 'ਚ ਤਾਂ ਕਿਹਨੇ ਜਾਣਾ, ਵੱਖਰੀਆਂ ਗੱਲਾਂ ਨੇ, ਪਰ ਇਹ ਗੱਲ ਵਧੀਆ ਹੈ ਕਿਉਂਕਿ ਪੰਜਾਬੀ ਚਿਹਰੇ ਬਹੁਤ ਘਟਦੇ ਜਾ ਰਹੇ ਲਗਾਤਾਰ ਇਹਨਾਂ ਸਿਲੇਬਸ ਦੇ ਵਿੱਚੋਂ। ਬਿਲਕੁਲ ਇਹ ਨਾ ਜਿਹੜੀ ਇਸ ਵਾਰੀ ਦਾ ਔਰ ਜਿਹੜਾ ਪਿਛਲੇ ਸਾਲ ਦਾ 2 ਸਾਲਾਂ ਦੇ ਲਗਾਤਾਰ ਰਿਜ਼ਲਟ ਆਏ ਹੈ, ਉਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਘਟਦੀ ਜਾ ਰਹੀ ਹੈ। ਮਤਲਬ ਕਿਸੇ ਟਾਈਮ ਬੜੀ ਫਖਰ ਨਾਲ ਜਿਹੜੇ ਸੀਨੀਅਰ ਆਈਐਸ ਨੇ ਬੜੇ ਫਖਰ ਨਾਲ ਕਹਿੰਦੇ ਹੁੰਦੇ ਸੀਗੇ ਕਿ ਇੱਕ ਟਾਈਮ 'ਚ 7 ਸੈਕਟਰੀ ਰੈਂਕ ਦੇ ਅਫਸਰ ਮਤਲਬ ਗਵਰਨਮੈਂਟ ਆਫ ਇੰਡੀਆ 'ਚ ਪੰਜਾਬ ਦੇ ਸੀ, ਤੇ ਤੁਸੀਂ ਦੇਖੋ 7 ਸੈਕਟਰੀ ਰੈਂਕ ਦੇ ਅਫਸਰ ਹੋਣ ਤੇ ਅੱਜ ਸਾਡੇ ਕੋਲੇ ਮਤਲਬ 2 ਜਾਂ 4 ਹੀ ਰਹਿ ਗਿਆ ਉੱਥੇ। ਤਾਂ ਇਹ ਅਦਰਵਾਈਜ਼ ਵੀ ਜਿੰਨੇ ਯੂਪੀਐਸਸੀ ਦੇ ਵਿੱਚ ਬੰਦੇ ਆ ਰਹੇ ਆ ਉਸ 'ਚ ਪੰਜਾਬੀਆਂ ਦੀ ਗਿਣਤੀ ਬਹੁਤ ਥੋੜੀ ਹੈ। ਸਾਡਾ ਜਿਹੜਾ ਰੁਝਾਨ ਹੈਗਾ ਉਹ ਜ਼ਿਆਦਾ ਰੁਝਾਨ ਜਿਹੜਾ ਹੈਗਾ ਉਹ ਵਿਦੇਸ਼ਾਂ 'ਚ ਜਾਣ ਵਾਲਾ ਹੈਗਾ। ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਇਹ ਕਦਮ ਉਠਾਇਆ ਕਿ ਇੱਥੇ ਹੀ ਚੰਗੀਆਂ ਪੋਸਟਾਂ ਤੇ ਵੀ ਲੋਕਾਂ ਨੂੰ ਬਿਠਾਇਆ ਜਾ ਸਕਦਾ ਹੈ, ਤਾਂ ਉਹਦੀ ਤਿਆਰੀਆਂ ਕਰਵਾਉਣ ਵਾਸਤੇ ਅਗਰ ਸੈਂਟਰਸ ਖੁੱਲ ਰਹੇ ਹੈ ਤੇ ਮੈਨੂੰ ਲੱਗਦਾ ਕਿ ਇਹ ਪੋਜ਼ਿਟਿਵ ਖਬਰ ਹੈ, ਇਹਨੂੰ ਪੋਜ਼ਿਟਿਵ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ। ਤੇ ਇਸ ਤਰ੍ਹਾਂ ਪਰ ਸਵਾਲ ਇਹ ਹੈ ਕਿ ਜਿਹੜੇ ਬੰਦੇ ਤਿਆਰੀ ਕਰਾਉਣ ਉਹ ਵੀ ਉਸ ਤਰ੍ਹਾਂ ਦੇ ਹੀ ਹੋਣ। ਇਹ ਨਾ ਹੋਵੇ ਕਿ ਅਸੀਂ ਸੈਂਟਰ ਤਾਂ ਖੋਲਤੇ ਤੇ ਲੇਕਿਨ ਅੱਗੇ ਤਿਆਰੀਆਂ ਕਰਵਾਉਣ ਵਾਲੇ ਉਸ ਤਰ੍ਹਾਂ ਦਾ ਸਟਾਫ ਨਹੀਂ ਹੈ ਸਾਡੇ ਕੋਲੇ ਜਿਸ ਤਰ੍ਹਾਂ ਦਾ ਇਸ ਦੀ ਜ਼ਰੂਰਤ ਹੈ। ਇਹ ਸੀਰੀਅਸਨੈਸ ਨੂੰ ਜ਼ਰੂਰ ਧਿਆਨ 'ਚ ਰੱਖਿਆ ਜਾਵੇ, ਇਹ ਨਹੀਂ ਹੋਵੇ ਕਿ ਫਾਰਮੈਲਿਟੀ ਤੇ ਗੱਲ ਖਤਮ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਧੰਨਵਾਦ ਜੀ।